ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਤੁਹਾਡਾ ਨਾਲ ਲਲਿਤਾ ਜਾਮਵਾਲ। ਪੰਜਾਬ ਵਿਧਾਨ ਸਭਾ ਦੇ ਵਿੱਚ ਚੱਲ ਰਿਹਾ ਬਜਟ ਸੈਸ਼ਨ ਦਾ ਅੱਜ ਪੰਜਵਾਂ ਦਿਨ ਹੈ ਤੇ ਬਜਟ ਤੇ ਜਿਹੜਾ ਬਹਿਸ ਜਾਰੀ ਹੈ ਤੇ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਜਾਣਗੇ। ਤੇ ਤੁਹਾਨੂੰ ਦੱਸ ਦਈਏ 27 ਤਰੀਕ ਨੂੰ ਜਿਹੜਾ ਬਜਟ ਪੇਸ਼ ਕੀਤਾ ਗਿਆ ਸੀ। ਤੁਹਾਨੂੰ ਤਸਵੀਰਾਂ ਅਸੀਂ ਵਿਖਾ ਰਹੇ ਹਾਂ। ਜਿਹੜਾ ਅੱਜ ਦਾ ਸੈਸ਼ਨ ਉਹ 2:30 ਵਜੇ ਸਟਾਰਟ ਹੋਵੇਗਾ। ਵਿਧਾਇਕ ਵੀ ਜਿਹੜੇ ਪੁੱਜਣੇ ਸ਼ੁਰੂ ਹੋ ਗਏ ਨੇ ਤੇ ਇਸ ਬਜਟ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਿਹੜਾ ਇਹੀ ਕਿਹਾ ਜਾ ਰਿਹਾ ਕਿ ਇਹ ਜਿਹੜਾ ਬਜਟ ਹੈਗਾ ਇੱਕ ਖੁਸ਼ਹਾਲੀ ਵਾਲਾ ਬਜਟ ਹੈ। ਲੋਕਾਂ ਨੂੰ ਪੰਜਾਬ ਨੂੰ ਇੱਕ ਖੁਸ਼ਹਾਲੀ ਦੇ ਵੱਲ ਲੈ ਕੇ ਜਾਵੇਗਾ। ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਇਹਨਾਂ ਨੇ ਕਿਹਾ ਕਿ ਸੂਬੇ ਨੂੰ ਸੁਨਹਿਰੀ ਭਵਿੱਖ ਵੱਲ ਲੈ ਕੇ ਜਾਣ ਵਾਲਾ ਇਹ ਬਜਟ। ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਵਿਰੋਧੀ ਧਿਰਾਂ ਦੀ ਤਾਂ ਵਿਰੋਧੀ ਧਿਰ ਲਗਾਤਾਰ ਇਸ ਬਜਟ ਨੂੰ ਲੈ ਕੇ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਹਨ। ਰਾਜਾ ਜਿਹੜੇ ਪ੍ਰਤਾਪ ਸਿੰਘ ਬਾਜਵਾ ਹੈ ਉਹਨਾਂ ਨੇ ਤਾਂ ਕਿਹਾ ਕਿ ਜਿਹੜਾ ਇਹ ਬਜਟ ਮੁੰਗੇਰੀ ਲਾਲ ਦੇ ਹਸੀਨ ਸੁਪਨਿਆਂ ਤੋਂ ਵੱਧ ਕੁਝ ਵੀ ਨਹੀਂ। ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਰਾਜਾ ਵੜਿੰਗ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਆ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਗੱਲ ਪੰਜਾਬ ਸਰਕਾਰ ਕਰ ਰਹੀ ਹੈ ਕਿ ਇਹ ਜਿਹੜਾ ਬਜਟ ਹੈਗਾ ਕਿ ਲੋਕਾਂ ਦੀ ਰਾਏ ਨਾਲ ਬਣਿਆ ਹੋਇਆ ਤਾਂ ਲੋਕਾਂ ਦੀ ਰਾਏ ਦੇ ਵਿੱਚ ਔਰਤਾਂ ਵੀ ਸੀਗੀਆਂ ਤਾਂ 27% ਜਿਹੜੀ ਔਰਤਾਂ ਨੇ ਆਪਣਾ ਬਜਟ ਦੇ ਵਿੱਚ ਰਾਏ ਰੱਖੀ ਤਾਂ 1000 ਕੀ ਉਹਨਾਂ ਨੇ ਆਪਣੇ ਜਿਹੜੇ ਇਹ ਨਹੀਂ ਕਿਹਾ ਕਿ ਉਹਨਾਂ ਨੂੰ 1000 ਰੁਪਏ ਦਿੱਤਾ ਜਾਵੇ। ਤੇ ਦੂਜੀ ਗੱਲ ਇਹ ਵੀ ਉਹਨਾਂ ਨੇ ਕਹੀ ਕਿ ਸ਼ਰਾਬ ਜਿਹੜੀ ਇਹ ਬੜਾਈ ਜਾਰੀ ਜਿਹੜੀ ਕਿ ਸ਼ਰਾਬ ਦੀ ਨਈ ਆਬਕਾਰੀ ਜਿਹੜੀ ਨੀਤੀ ਹੈ ਉਹਨੂੰ ਨਹੀਂ ਉਹਦਾ ਨਹੀਂ ਵਿਰੋਧ ਕੀਤਾ ਗਿਆ ਤਾਂ ਬਹੁਤ। ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਜਿਮਨੀ ਚੋਣਾਂ ਦੇ ਵਿੱਚ ਤਾਂ ਜਿਹੜੇ ਪੰਜਾਬ ਦੇ ਸੰਗਰੂਰ ਦੇ ਜਿਹੜੇ ਲੋਕ ਸੀ ਉਹਨਾਂ ਨੇ ਆਪਣਾ ਬਜਟ ਪੇਸ਼ ਕਰ ਦਿੱਤਾ ਗਿਆ। ਸੋ ਲਗਾਤਾਰ ਜਿਹੜਾ ਘੇਰਦੇ ਨਜ਼ਰ ਆ ਰਹੇ ਨੇ। ਤੋਂ ਕੱਲ ਜਿਹੜਾ ਗੱਲ ਕਰੀਏ ਤਾਂ ਕੱਲ ਦੀ ਕਾਰਵਾਈ ਦੇ ਵਿੱਚ ਜਿਹੜੀ ਮਾਈਨਿੰਗ ਨੂੰ ਲੈ ਕੇ ਬਹੁਤ ਵੱਡੀ ਜਿਹੜੀ ਇਹ ਗੱਲ ਕੀਤੀ ਗਈ ਹੈ। ਬੜਾ ਹੰਗਾਮਾ ਹੋਇਆ ਸੀਗਾ ਤੇ ਜਿਹੜਾ ਹੰਗਾਮਾ ਉਸ ਵੇਲੇ ਸ਼ੁਰੂ ਹੋ ਗਿਆ ਜਦੋਂ ਇੱਕ ਮਾਲੀਆ ਜਿਹੜਾ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਸੀਗੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜੀ ਇਹੀ ਕਹਿੰਦੀ ਰਹੀ ਹੈ ਕਿ ਮਾਲੀਆ ਜਿਹੜਾ ਇੱਕ ਲੀਕੇਜ ਜਿਹੜੀ ਰੋਕੀ ਜਾਵੇਗੀ, ਪੰਜਾਬ ਦੀ ਜਿਹੜੀ ਖਜ਼ਾਨੇ ਦੀ ਲੀਕੇਜ ਰੋਕੀ ਜਾਵੇਗੀ ਤਾਂ ਮਾਲੀਆ ਨੂੰ ਵਧਾਇਆ ਜਾਵੇਗਾ। ਸੋ ਇਸ ਕਰਕੇ ਇੱਕ ਤੰਜ ਜਿਹੜਾ ਕੱਸਿਆ ਗਿਆ ਸੀਗਾ ਕਿ ਹੁਣ 20,000 ਕਰੋੜ ਦਾ ਜਿਹੜਾ ਰੈਵਨਿਊ ਦੀ ਗੱਲ ਕਰ ਰਹੀ ਸੀਗੀ ਉਹ ਹੁਣ ਕਿੱਥੋਂ ਆਵੇਗਾ। ਸੋ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਬਜਟ ਦੀ ਤਾਂ ਲਗਾਤਾਰ ਜਿਹੜੀ ਵਿਰੋਧੀ ਧਿਰ ਔਰਤਾਂ ਨੂੰ ਜਿਹੜੀ ਗਰੰਟੀਆਂ ਸੀਗੀਆਂ 1000 ਰੁਪਏ ਦੇਣ ਦੀ, ਜੇਕਰ ਦੂਜੇ ਪਾਸੇ ਇੱਕ ਘਰ ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਹੈ ਜਿਹੜੀ ਜਿਸ ਨੂੰ ਲੈ ਕੇ 500 ਕਰੋੜ ਦੇ ਕਰੀਬ ਜਿਹੜਾ ਸਰਕਾਰ ਨੇ ਬਜਟ ਰੱਖਿਆ ਤਾਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਬਜਟ ਦੀ ਇੰਨੇ ਬਜਟ ਦੀ ਕੀ ਲੋੜ ਸੀਗੀ ਕਿਉਂਕਿ ਇਸ ਦੇ ਵਿੱਚ ਵੀ ਕਿਤੇ ਨਾ ਕਿਤੇ 100 ਕਰੋੜ ਦੀ ਕੁੰਡੀ ਵਸਦੀ ਜਿਹੜੀ ਹੈ ਨਜ਼ਰ ਆ ਰਹੀ ਹੈ। ਸੋ ਲਗਾਤਾਰ ਘੇਰਦੀ ਨਜ਼ਰ ਆ ਰਹੀ ਹੈ। ਤਾਂ ਹੁਣ ਬਜਟ ਜਿਹੜਾ 2:30 ਸੈਸ਼ਨ ਹੈ ਜਿਹੜਾ 2:30 ਵਜੇ ਦੇ ਕਰੀਬ ਸ਼ੁਰੂ ਹੋਵੇਗਾ। ਤੇ ਇੱਕ ਚੀਜ਼ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜਾ ਅਗਨੀਪਥ ਸਕੀਮ ਹੈਗੀ ਹੈ ਇਸ ਨੂੰ ਲੈ ਕੇ ਵੀ ਜਿਹੜੀ ਹੈ ਕੱਲ ਸਦਨ ਦੇ ਵਿੱਚ ਜਿਹੜਾ ਇੱਕ ਵਾਪਸ ਲੈਣ ਸੰਬੰਧੀ ਜਿਹੜਾ ਮਤਾ ਲਾਇਆ ਜਾਏਗਾ ਕਿਉਂਕਿ ਇਸ ਨੂੰ ਲੈ ਕੇ ਲਗਾਤਾਰ ਪੂਰੇ ਦੇਸ਼ ਦੇ ਵਿੱਚ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ। ਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹੀ ਕਿਹਾ ਸੀਗਾ ਕਿ ਇਸ ਯੋਜਨਾ ਨਾਲ ਪੰਜਾਬ ਦੀ ਫੌਜ ਦੇ ਵਿੱਚ ਮੌਜੂਦਾ 7.8% ਭਰਤੀ ਜਿਹੜੀ ਘਟ ਕੇ 2.3% ਰਹਿ ਜਾਵੇਗੀ ਤੇ ਇਸ ਨਾਲ ਇਸ ਦੇ ਵਿਰੋਧ ਦੇ ਵਿੱਚ ਸਰਸਮਤੀ ਨਾਲ ਮਤਾ ਜਿਹੜਾ ਲਿਆਂਦਾ ਜਾਵੇਗਾ। ਸੋ ਇਸ ਦੇ ਵਿਰੋਧ ਦੇ ਵਿੱਚ ਤੇ ਅਗਨੀਪਥ SYL ਕੁਝ ਇਸ ਤਰ੍ਹਾਂ ਦੇ ਮੁੱਦੇ ਹੈਗੇ। ਮੁਖਤਿਆਰ ਅੰਸਾਰੀ ਦਾ ਮਾਮਲਾ ਵੀ ਬਹੁਤ ਜ਼ਿਆਦਾ ਗੁੰਝਿਆ ਤੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਸੀਗੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਸਰਕਾਰ ਹੈ ਉਹ ਮੁੱਦੇ ਨੂੰ ਭਟਕਾ ਰਹੀ ਹੈ ਕਿਉਂਕਿ ਅਸੀਂ ਜਿਹੜਾ ਬਹਿਸ ਹੋ ਰਹੀ ਉਹ ਬਜਟ ਤੇ ਬਹਿਸ ਹੋ ਰਹੀ ਹੈ ਨਾ ਕਿ ਮੁਖਤਿਆਰ ਅੰਸਾਰੀ ਨੂੰ ਲੈ ਕੇ। ਪਰ ਸਰਕਾਰ ਦੇ ਜਿਹੜੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਘੇਰਿਆ ਤਾਂ ਦੂਜੇ ਪਾਸੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਉਹਨਾਂ ਨੇ ਵੀ ਇਹੀ ਕਿਹਾ। ਮਾਮਲਾ ਚੱਕਿਆ ਜਿਹੜਾ ਲਾਰੈਂਸ ਬਿਸ਼ਨੋਈ ਦਾ ਕਿ ਉਸ ਵੇਲੇ ਤਿਹਾੜ ਜੇਲ੍ਹ ਦੇ ਵਿੱਚ ਬੰਦ ਸੀਗਾ ਤਾਂ ਕਿਸ ਤਰ੍ਹਾਂ ਜਿਹੜਾ ਇਹ ਹੁੰਦਾ ਰਿਹਾ ਜਿਹੜੀ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤਾਂ ਲਗਾਤਾਰ ਲਾਅ ਐਂਡ ਆਰਡਰ ਦੇ ਮੁੱਦੇ ਨੂੰ ਲੈ ਕੇ ਭਾਵੇਂ ਦੂਜੇ ਔਰ ਮੁੱਦੇ ਨੂੰ ਲੈ ਕੇ ਸਰਕਾਰ ਜਿਹੜੀ ਘੇਰਦੀ ਵਿਰੋਧੀ ਧਿਰ ਹੈਗੇ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ। ਸੋ ਅੱਜ ਦੇ ਜਿਹੜਾ ਸੈਸ਼ਨ ਉਸ ਦੇ ਵਿੱਚ ਵੀ ਬਹੁਤ ਸੇ ਮੁੱਦਿਆਂ ਨੂੰ ਲੈ ਕੇ ਸੋ ਇਸ ਅੱਜ ਦੇ ਬਾਬਤ ਅਸੀਂ ਬਹੁਤ ਸੇ ਵਿਧਾਇਕਾਂ ਨਾਲ ਗੱਲ ਵੀ ਕੀਤੀ ਹੈ। ਸੋ ਕੀ ਕੁਝ ਕਹਿਣਾ ਹੈ ਤੁਹਾਨੂੰ ਅਸੀਂ ਸੁਣਾਉਂਦੇ ਹਾਂ। ਅੱਜ ਮਾਨ ਸਰਕਾਰ ਜਿਹੜੀ ਹੈ ਉਹਨਾਂ ਦੇ ਫੈਸਲੇ ਤੁਸੀਂ ਦੇਖੇ ਹੀ ਆ ਕਿ ਉਹ 100% ਜਿਹੜੀ ਸਾਡੀ ਇੱਛਾ ਹੈ ਕਿ ਪੰਜਾਬ ਨੂੰ ਅਸੀਂ ਬਦਲੀਏ, ਪੰਜਾਬ ਹਰ ਪੰਜਾਬੀ ਹਰ ਵਰਗ ਲਈ ਕੰਮ ਕਰੀਏ।
ਤੇ ਉਸ ਪਿੱਛੇ ਅਸੀਂ ਲੱਗੇ ਹੋਏ ਹਾਂ। ਤੇ ਮੇਰੀ ਇਹੀ ਅਪੀਲ ਹੈ, ਸਰਦਾਰ ਪ੍ਰਤਾਪ ਸਿੰਘ ਬਾਜਵਾ ਬਹੁਤ ਸੀਨੀਅਰ, ਬਹੁਤ ਸੁਲਝੇ ਹੋਏ ਸਾਡੇ ਲੀਡਰ ਆਪੋਜੀਸ਼ਨ, ਔਰ ਬੜਾ ਵਧੀਆ ਉਹਨਾਂ ਦਾ ਹੈਗਾ ਦਾ ਵੈਲ ਆਫ ਦਾ ਹਾਊਸ, ਅੱਛੀ ਪਾਰਟਿਸਪੇਸ਼ਨ। ਤੇ ਮੈਂ ਆਸ ਕਰਦਾ ਕਿ ਬਹੁਤ ਵਧੀਆ ਸਕਾਰਾਤਮਕ ਜਿਹੜਾ ਹੈਗਾ ਹੋਰ ਰਵੱਈਆ ਹੋਏਗਾ। ਅਗਨੀਪਤ ਨੂੰ ਲੈ ਕੇ ਕੀ ਸੋਚਦੇ ਹੋ? ਮਤਾ ਲਿਆਉਣ ਦੀ ਗੱਲਬਾਤ ਅਗਨੀਪਤ ਨੂੰ ਲੈ ਕੇ ਹੋ ਰਹੀ ਆ, ਬੜਾ ਵਿਰੋਧ ਹੋ ਰਿਹਾ ਪੂਰੇ ਦੇਸ਼ 'ਚ। ਪੰਜਾਬ 'ਚ ਬਹੁਤ ਇਫੈਕਟ ਹੈ, ਪੰਜਾਬ 'ਚ ਵੱਡੀ ਗਿਣਤੀ 'ਚ ਲੋਕ ਆਰਮੀ ਫੋਰਸ ਜਾਂਦੇ ਹੈ, ਕਿਉਂਕਿ ਇਹ ਅੱਜ ਤੱਕ ਜਿੰਨੇ ਵੀ ਮੋਦੀ ਸਰਕਾਰ ਨੇ ਇਹਨਾਂ ਦੇ ਪਿੱਛੇ RSS ਚਮਕਦੀ ਹੈ। ਕਿਉਂਕਿ ਜਿੰਨੇ ਵੀ ਅੱਜ ਤੱਕ ਇਹਨਾਂ ਨੇ ਫੈਸਲੇ ਲਿੱਤੇ ਆ ਉਹ ਲੋਕ ਵਿਰੋਧੀ ਲਿੱਤੇ ਆ, ਚਾਹੇ ਉਹ ਡੀਮੋਨੀਟਾਈਜੇਸ਼ਨ ਦਾ ਹੋਵੇ, ਚਾਹੇ ਉਹ ਕਿਸਾਨੀ ਕਾਲੇ ਬਿੱਲ ਹੋਣ, ਚਾਹੇ ਹੁਣ ਇਹ ਅਗਨੀਪਤ ਦਾ ਹੈ। ਤੇ ਇਹ ਮੈਂ ਇਹੀ ਸੁਝਾਅ ਦੇਵਾਂਗਾ ਮੋਦੀ ਸਾਹਿਬ ਨੂੰ ਕਿ ਪਹਿਲਾਂ ਵੀ ਤੁਹਾਡੇ ਜਿਹੜੇ ਗਰਦਨ 'ਚ ਸਰੀਆ ਅੜਿਆ ਸੀ ਉਦੋਂ ਤੁਹਾਨੂੰ ਕੱਢਣਾ ਪਿਆ, ਹੁਣ ਚੰਗਾ ਸਮਾਂ ਤੇ ਇੱਜ਼ਤ ਮਾਣ ਨਾਲ ਇਸ ਜਿਹੜੀ ਅਗਨੀਪਤ ਤੁਸੀਂ ਲਿਆਂਦੀ ਹੈ ਇਹਨੂੰ ਵਾਪਸ ਲੈ ਲਓ, ਔਰ ਪੁਰਾਣੀ ਜਿਹੜੀ ਹੈ ਸਕੀਮ ਜੋ ਪਹਿਲਾਂ ਚੱਲ ਰਹੀ ਹੈ ਰੈਜੀਮੈਂਟਸ ਦੇ ਹਿਸਾਬ ਨਾਲ ਜਿੱਦਾਂ ਪਹਿਲਾਂ ਚੱਲ ਰਿਹਾ ਉਸ 'ਤੇ ਉੱਦਾਂ ਹੀ ਚੱਲਣਾ ਚਾਹੀਦਾ, ਤਾਂ ਕਿ ਜੋ ਅੱਜ ਤੱਕ ਇਹਨਾਂ ਰੈਜੀਮੈਂਟਸ ਦਾ ਜੋ ਇਤਿਹਾਸ ਰਿਹਾ ਹੈ ਉਹ ਉੱਦਾਂ ਹੀ ਕਾਇਮ ਰਹੇ, ਔਰ ਉਹੀ ਹੱਲਾਸ਼ੇਰੀ ਨਾਲ ਇਹ ਸਾਡੇ ਦੇਸ਼ ਦੀ ਜਿਹੜੀ ਹੈ ਉਹ ਜਿਹੜੀ ਸੁਰੱਖਿਆ ਕਰਦੇ ਰਹੇ। SYL ਦਾ ਮੁੱਦਾ ਬੜਾ ਛਾਇਆ ਹੋਇਆ ਅੱਜ ਕੱਲ੍ਹ। SYL ਗਾਣਾ ਵੀ YouTube ਤੇ ਬਲੌਕ ਕਰ ਦਿੱਤਾ ਗਿਆ, ਉਡਾ ਦਿੱਤਾ ਗਿਆ। SYL ਦਾ ਸਰਕਾਰ ਕਹਿੰਦੇ ਸਟੈਂਡ ਵਿਰੋਧੀ ਕਰਾਂਗੇ, ਹੁਣ ਅਸੀਂ ਦੇਖਦੇ ਹਾਂ ਵੀ ਵਿਰੋਧੀ ਧਿਰ ਕਹਿ ਰਹੀ ਹੈ ਕਿ ਸਾਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ, ਜਿਸ ਦਾ ਵਿਰੋਧ ਆਪਾਂ ਦੇਣਾ ਚਾਹੁੰਦੇ ਉਹ ਨਹੀਂ ਕੀਤਾ। ਸਾਡੇ ਬਹੁਤ ਹੀ ਸਪੀਕਰ ਸਾਹਿਬ ਉਹ ਸਾਰਾ ਕੁਝ ਕੈਲਕੂਲੇਟ ਕਰਕੇ ਹਰੇਕ ਦਾ ਟਾਈਮ ਦੱਸਦੇ ਆ ਵੀ ਇੰਨਾ ਟਾਈਮ ਤੁਹਾਡਾ ਬਣਦਾ ਤੇ ਇੰਨਾ ਅਸੀਂ ਦੇ ਰਹੇ ਹਾਂ, ਵੱਧ ਦਿੰਦੇ ਹਾਂ। ਆਪੋਜੀਸ਼ਨ ਨੂੰ ਵੱਧ ਟਾਈਮ ਦਿੱਤਾ ਜਾ ਰਿਹਾ, ਫਿਰ ਵੀ ਜੇ ਉਹ ਨਹੀਂ ਖੁਸ਼ ਤਾਂ ਫਿਰ ਕੀ ਕਰ ਸਕਦੇ। ਉਹਦੇ ਕੋਲ ਕੋਈ ਘਟਨਾ ਨਹੀਂ ਜਿੱਦਾਂ ਦਿਸਦੀ, ਉਹਦੇ ਲੋਕ ਆਵਾਜ਼ ਤੋਂ ਪਛਾਣ ਲੈਣ ਤਾਂ ਪਛਾਣ ਲੈਣ ਇੰਨੀ ਦੂਰੋਂ। ਤੇ ਜਦੋਂ ਟ੍ਰੈਜਰੀ ਬੈਂਚਸ ਦੇ MLAs ਜਾਂ ਮਿਨਿਸਟਰਸ ਗੱਲ ਕਰ ਰਹੇ ਉਹਨਾਂ ਦੇ ਚਿਹਰਿਆਂ ਦੇ ਲਾਗੇ ਜਾ ਕੇ ਕੈਮਰੇ ਲੈ ਕੇ ਜਾਂਦੇ ਨੇ। ਇਸ ਲਈ ਇਸ ਪੱਖਪਾਤੀ ਰਵੱਈਏ ਦੀ ਗੱਲ ਕਰਾਂਗਾ, ਔਰ ਇਹ ਲਾਈਵ ਕਵਰੇਜ ਜਿਹੜੀ ਹੈ ਐਡੀਟਡ ਹੈ, ਇਹ 15 ਮਿੰਟ ਡਿਲੇਡ ਹੈ। ਇਹਦੇ ਤੁਸੀਂ ਕੋਈ ਵੀ ਜਿਹੜਾ ਸ਼ੋਰ ਮਚਾਉਂਦੇ ਨੇ MLAs ਪ੍ਰੋਟੈਸਟ ਕਰਦੇ ਨੇ, ਜਿੱਦਾਂ ਲੋਕ ਸਭਾ ਰਾਜ ਸਭਾ 'ਚ ਨਜ਼ਰ ਆਉਂਦਾ ਉਹ ਤਾਂ ਨਜ਼ਰ ਹੀ ਨਹੀਂ ਆ ਰਿਹਾ। ਇਸ ਕਰਕੇ ਅਸੀਂ ਇਸ ਦਾ ਪਹਿਲਾ ਸਭ ਤੋਂ ਮੁੱਦਾ ਇਹ ਉਠਾਵਾਂਗੇ। ਸਰ ਜਿਹੜਾ ਲਗਾਤਾਰ ਕਿਹਾ ਜਾ ਰਿਹਾ ਫਿਲਮ ਇਨਸਪੈਕਸ਼ਨ ਦੀ ਗੱਲ ਕੀਤੀ ਜਾ ਰਹੀ ਹੈ, ਕਹਿੰਦੇ ਸਪੀਕਰ ਸਾਹਿਬ ਟਾਈਮ ਤੋਂ ਸਮਾਂ ਨਹੀਂ ਦੇ ਪਾ ਰਹੇ। ਉਹਦਾ ਦੇਖੋ ਸਪੈਸ਼ਲੀ ਮੈਨੂੰ ਤਾਂ ਟਾਰਗੇਟ ਹੀ ਕੀਤਾ ਜਾ ਰਿਹਾ, ਰਾਜੇ ਵੜਿੰਗ ਨੂੰ ਟਾਰਗੇਟ ਕੀਤਾ ਜਾਂਦਾ। ਚਲੋ ਲੀਡਰ ਆਫ ਆਪੋਜੀਸ਼ਨ ਉਹ ਸਮਾਂ ਮਨਾ ਨਹੀਂ ਕਰ ਸਕਦੇ, ਲੇਕਿਨ ਸਾਡੇ ਬਾਕੀ MLAs ਨੂੰ ਬਹੁਤ ਘੱਟ ਸਮਾਂ ਦਿੰਦੇ ਨੇ। ਔਰ ਮੇਰੇ ਮੁਤਲਕ ਤਾਂ ਪਿੱਛੋਂ ਗਵਰਨਮੈਂਟ ਟ੍ਰੇਜਰੀ ਬੈਂਚਸ ਵੱਲੋਂ ਇਸ਼ਾਰਾ ਹੁੰਦਾ ਵਾ। ਭਗਵੰਤ ਮਾਨ ਜਦ ਆਪ ਹੀ ਚੀਫ ਮਿਨਿਸਟਰ ਮੈਨੂੰ ਕਹਿ ਰਿਹਾ ਕਿ ਤੁਹਾਡੇ ਤੇ ਤਾਂ ਸਾਨੂੰ ਇੱਕ ਤੁਸੀਂ ਅਲੱਗਾ ਕੈਮਰਾ ਹੀ ਲੈ ਲਓ ਜੀ। ਮੈਂ ਕੋਈ ਉਹਦੇ ਕੋਲ ਤਰਲਾ ਮਿੰਤ ਕੱਢ ਕੇ ਥੋੜ੍ਹਾ ਵਿਧਾਨ ਸਭਾ ਪਹੁੰਚਿਆ। ਮੈਨੂੰ ਪੰਜਾਬ ਦੇ ਲੋਕਾਂ ਨੇ ਔਰ ਵਾਹਿਗੁਰੂ ਦੀ ਕਿਰਪਾ ਦਾ ਨਾਲ ਚੁਣ ਕੇ ਆਇਆ। ਮੈਂ ਕੋਈ ਮਿੰਟ ਤਰਲਾ ਕਰਕੇ ਟਾਈਮ ਨਹੀਂ ਲੈਣਾ ਇਹਨਾਂ ਤੋਂ, ਮੈਂ ਆਪਣਾ ਅਧਿਕਾਰ ਮੰਗਦਾ ਵਾਂ। ਜਦ ਚੀਫ ਮਿਨਿਸਟਰ ਹੀ ਕਹਿ ਰਿਹਾ ਕਿ ਤੁਸੀਂ 5 ਮਿੰਟ ਲੈ ਕੇ ਜੀ 0 ਆਵਰ ਦੇ ਵਿੱਚ, ਤਾਂ ਦੈਟ ਮੀਨਸ ਇਟਸ ਅ ਸਟੇਟ ਮੈਸੇਜ ਟੂ ਦ ਸਪੀਕਰ ਕਿ ਇਹਨੂੰ ਬੋਲਣ ਨਹੀਂ ਦਿੰਦਾ। ਔਰ ਕੱਲ ਸਾਰਾ ਦਿਨ ਮੈਂ ਘੱਟੋ ਘੱਟ 10 ਵਾਰੀ ਸਮਾਂ ਮੰਗਿਆ 0 ਆਵਰ ਦੇ। ਮੈਂ ਤਾਂ ਕੰਮ ਦੀ ਗੱਲ ਹੀ ਕਰਨੀ, ਮੈਂ ਤਾਂ ਬੱਚਿਆਂ ਦੀ ਗੱਲ ਕਰਨੀ। ਜਿੱਦਾਂ ਮਿਸਾਲ ਦੇ ਤੌਰ ਤੇ ਕਿ ਪੰਜਾਬ ਦੀ ਜਿੰਨੀਆਂ ਭਰਤੀਆਂ ਆਉਣੀਆਂ ਨੇ ਉਹਦੇ 'ਚ ਡੋਮਿਸਾਈਲ ਪੰਜਾਬੀ ਹੈ ਹੀ ਨਹੀਂ ਗੀ। ਬਾਹਰਲੇ ਗੈਰ ਪੰਜਾਬੀ ਆਣ ਕੇ ਸਾਡੀਆਂ ਨੌਕਰੀਆਂ ਲੈ ਕੇ ਜਾ ਰਹੇ ਨੇ। ਉਹਦੇ 'ਚ ਡੋਮਿਸਾਈਲ ਦੀ ਸ਼ਰਤ ਚਾਹੀਦੀ ਹੈ, ਕੰਡੀਸ਼ਨ ਐਡਵਰਟਾਈਜ਼ਮੈਂਟ ਦੇ ਵਿੱਚ ਚਾਹੀਦੀ ਹੈ ਕਿ ਜਿਹੜੇ ਲੋਕ ਬਸ਼ਿੰਦੇ ਨੇ ਪੰਜਾਬ ਦੇ ਜੰਮਪਲ ਨੇ, ਪੰਜਾਬ ਸਰਕਾਰੀ ਨੌਕਰੀਆਂ ਸਿਰਫ ਉਹਨਾਂ ਨੂੰ ਦਿੱਤੀਆਂ ਜਾਣ। ਦੂਸਰਾ ਕਿ ਉਹਦੀ 10ਵੀਂ ਜਿਹੜੀ ਆ ਉਹ ਪੰਜਾਬ ਦੀ ਪੰਜਾਬੀ ਵਿੱਚ ਕੀਤੀ ਹੋਵੇ। ਨੋਰਮਲੀ ਕੀ ਹੁੰਦਾ ਕਿ ਸ਼ਰਤਾਂ ਰੱਖਦੇ ਨਹੀਂਗੇ, ਤੇ ਹਿਮਾਚਲ ਦੇ, ਹਰਿਆਣੇ ਦੇ, ਰਾਜਸਥਾਨ ਦੇ ਬੱਚੇ ਸਾਡੇ ਆਣ ਕੇ ਜਿੰਨੀਆਂ PSPCL 'ਚ ਭਰਤੀਆਂ ਹੋਈਆਂ ਪਿੱਛੇ, ਉਹਦੇ 'ਚੋਂ ਸਾਰੀਆਂ ਜ਼ਿਆਦਾ ਭਰਤੀਆਂ ਨੇ ਹਰਿਆਣੇ ਦੇ ਤੇ ਰਾਜਸਥਾਨ ਤੇ ਹਿਮਾਚਲ ਦੇ ਲੋਕ ਹੈਗੇ। ਪੁਲਿਸ ਦੀਆਂ ਭਰਤੀਆਂ 'ਚ ਆ ਗਏ ਨੇ ਬਾਹਰ। ਸੋ ਪੰਜਾਬ ਦਾ ਡੋਮਿਸਾਈਲ ਹੋਣਾ ਤੇ ਪੰਜਾਬ ਦਾ ਜਿਹੜਾ 10ਵੀਂ ਦਾ ਪਾਸ ਕੀਤਾ ਪੰਜਾਬੀ 'ਚ, ਇਹ ਮੈਂਡੇਟਰੀ ਹੋਣਾ ਚਾਹੀਦਾ ਅਖਬਾਰਾਂ ਦੇ ਇਸ਼ਤਿਹਾਰਾਂ ਦੇ ਵਿੱਚ। ਸੋ ਮੈਂ ਇਹੋ ਜਿਹੀ ਗੱਲ ਕਰਨੀ ਆ, ਸਪੀਕਰ ਸਾਹਿਬ ਮੂੰਹ ਹੀ ਨਹੀਂ ਕਰਦੇ ਇੱਧਰਲੇ ਪਾਸੇ। ਉਹ ਮੈਨੂੰ ਲੱਗਦਾ ਵਾ ਕਿ ਉਹਨਾਂ ਨੂੰ ਜਿਹੜਾ ਉਤੋਂ ਹਦਾਇਤ ਹੈ ਸਿਰਫ ਇਸ ਕਰਕੇ ਕਿਉਂਕਿ ਮੈਂ ਉਹਨਾਂ ਦਾ ਪਰਦਾ ਫਾਸ਼ ਕਰ ਰਿਹਾ ਵਾਂ। ਆਮ ਆਦਮੀ ਪਾਰਟੀ ਦੀਆਂ ਝੂਠੀਆਂ ਗੱਲਾਂ, ਮਿਸਾਲ ਦੇ ਤੌਰ ਤੇ ਰਾਜਸਥਾਨ ਫੀਡਰ ਨੂੰ 780 ਕਰੋੜ ਰੁਪਏ ਕਾਹਦਾ ਲਾ ਰਹੇ ਹੋ ਤੁਸੀਂ? ਆਪਾਂ ਰਾਜਸਥਾਨ ਨੂੰ ਪਾਣੀ ਫੈਸਿਲਿਟੇਟ ਕਰ ਰਹੇ ਹਾਂ। ਆਪਣੀ ਗਰਾਊਂਡ ਸੀਪੇਜ ਜਿਹੜੀ ਸਾਡੀ ਆਉਣੀ ਸੀਗੀ ਉਹਨੂੰ ਕੰਕਰੀਟ ਲਾਈਨਿੰਗ ਕਰਕੇ ਤੁਸੀਂ ਜ਼ਮੀਨੀ ਪਾਣੀ ਦਾ ਟੇਬਲ ਘਟਾ ਰਹੇ ਹੋ। 497 ਕਰੋੜ ਰੁਪਏ ਆਟਾ ਜਿਹੜਾ ਮੰਗਿਆ ਹੀ ਨਹੀਂ ਕਿਸੇ ਨੇ। ਜਿਹੜੀ ਚੀਜ਼ ਮੰਗਦੇ ਨੇ, ਗੰਨੇ ਦਾ ਕਿਸਾਨ ਬਕਾਇਆ ਮੰਗਦੇ ਨੇ, ਨੌਕਰੀਆਂ ਮੰਗਦੇ ਨੇ ਲੋਕ, ਮੂੰਗੀ ਦੀ ਦਾਲ ਦੀ MSP ਮੰਗਦੇ ਨੇ, ਉਹ ਤਾਂ ਕੋਈ ਦਿੰਦਾ ਨਹੀਂ। ਮੂੰਗੀ ਦੀ ਦਾਲ ਦੀ MSP ਸੁਣ ਲਓ, 66 ਕਰੋੜ ਰੁਪਇਆ ਰੱਖਿਆ ਸਿਰਫ। ਅੱਜ ਮੈਨੂੰ ਖੇਤੀ ਮਾਹਰਾਂ ਨੇ ਤੇ BKU ਦੇ ਲੀਡਰਸ ਨੇ ਭੇਜਿਆ, ਉਹ ਕਹਿੰਦੇ ਜੇ 66 ਕਰੋੜ ਨੂੰ 7275 ਰੁਪਏ MSP ਨੂੰ ਵੰਡੀਏ
ਤੇ ਉਹਦੀ ਪੈਦਾਵਾਰ ਦੇ ਹਿਸਾਬ ਦੇ ਨਾਲ ਅਸੀਂ ਕੈਲਕੂਲੇਟ ਕਰੀਏ 18000 ਕਿੱਲੇ ਦੀ ਮੂੰਗ ਬੀਜੀ ਜਾ ਸਕਦੀ ਪੰਜਾਬ ਵਿੱਚ। ਇਹ ਤਾਂ 2 ਪਿੰਡਾਂ ਦਾ ਰਕਬਾ ਵਾ ਮਾਲਵੇ ਦੇ ਧਰਤੀ ਦੇ ਉੱਤੇ, ਤੇ ਸਾਡੇ ਦਾ ਹੈਗਾ ਵਾ 13000 ਪਿੰਡ। ਸੋ ਯੂ نو ਐਵਰੀਥਿੰਗ ਅਲਟੀਮੇਟਲੀ ਇਜ਼ ਬਿਕਮਿੰਗ ਅ ਫਾਰਸ। ਇਹ ਕਹਿਣ ਨੂੰ ਗੱਲਾਂ ਕੁਝ ਹੋਰ ਕਰ ਰਹੇ ਨੇ, ਅੰਦਰੋਂ ਗੱਲਾਂ ਕੁਝ ਹੋਰ ਨਿਕਲਦੀਆਂ ਨੇ। ਬਸ ਦਿੱਲੀ ਦਾ ਜਾਪ ਜਪੀ ਜਾਂਦੇ ਨੇ, ਔਰ ਦਿੱਲੀ ਕੁਝ ਨਹੀਂਗਾ। ਲੈਟ ਮੀ ਟੈਲ ਯੂ ਵਨ ਥਿੰਗ, ਇਹ ਕਹਿੰਦੇ ਰੋਜ਼ 70 ਸਾਲ ਦਾ ਇਹ ਸ਼ੋਰ ਮਚਾਉਂਦੇ ਨੇ। ਇਹਨਾਂ ਨੂੰ ਪੁੱਛੋ ਭਾਖੜਾ ਡੈਮ ਕਿਹਨੇ ਬਣਾਇਆ ਵਾ? ਕੇਜਰੀਵਾਲ ਨੇ ਬਣਾਇਆ ਵਾ। ਇਹਨਾਂ ਨੂੰ ਪੁੱਛੋ ਪੀਜੀਆਈ ਕਿਹਨੇ ਬਣਾਇਆ ਵਾ? ਕੇਜਰੀਵਾਲ ਨੇ ਬਣਾਇਆ ਵਾ। ਚੰਡੀਗੜ੍ਹ ਸਿਟੀ ਬਿਊਟੀਫੁਲ ਫ੍ਰੈਂਚ ਆਰਕੀਟੈਕਟ ਤੋਂ ਲਿਆ ਕੇ ਇੱਥੇ ਬਣਾਇਆ, ਪ੍ਰਤਾਪ ਸਿੰਘ ਕੈਰੋ ਨੇ ਕਨਸੀਵ ਕੀਤਾ। ਫਰੀਦਾਬਾਦ ਅਸੀਂ ਬਣਾਇਆ ਵਾ, ਕੇਜਰੀਵਾਲ ਨੇ ਬਣਾਇਆ ਵਾ। ਔਰ ਯੂਨੀਵਰਸਿਟੀਆਂ, ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਜਿੱਥੇ ਰਿਸਰਚ ਹੋਈ, ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕੇਜਰੀਵਾਲ ਨੇ ਬਣਾਈ ਆ। ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ ਕੇਜਰੀਵਾਲ ਲੈ ਗਿਆ। ਸੋ ਬਕਵਾਸ ਮਾਰਦੇ ਨੇ ਜਿਹੜਾ 24 ਘੰਟੇ। ਇਹ ਬੇਸਿਕਲੀ 70 ਸਾਲ ਦਾ ਈਡੀਐਮ, ਬੀਜੇਪੀ ਦਾ ਈਡੀਐਮ ਹੈ। ਇਹ ਮੋਦੀ ਦੀ ਚਲਾਈ ਹੋਈ ਗੱਲ ਹੈ ਜਿਹੜੀ ਕੇਜਰੀਵਾਲ ਨੇ ਕੀਤੀ, ਕਿਉਂਕਿ ਕੇਜਰੀਵਾਲ ਬੀਜੇਪੀ ਦੀ ਬੀ ਟੀਮ ਹੈ। ਜੀ ਨੀਮਾ ਕਰ ਲਾ, ਮੂੰਹ ਤਾਂ ਦਿਖਣ ਤੋਂ ਉਹਨਾਂ ਦਾ। ਬੇਸਿਕਲੀ ਜਿਹੜਾ ਬਜਟ ਡੇਲੀ ਪੋਸਟ ਨੀਮਾ ਬਜਟ ਦੇ ਵਿੱਚ ਅਸੀਂ ਤੇ ਗੱਲ ਕਹਿ ਰਹੇ ਹਾਂ ਕਿ ਜਿਹੜਾ ਰੀਅਲਿਸਟਿਕ ਯਾਰ ਘੱਟੋ ਘੱਟ ਮੂੰਹ ਤਾਂ ਆ ਲੈਣ ਦਿਓ। ਸਾਰੇ ਇੱਕ ਮਿੰਟ ਯਾਰ, ਸਾਰੇ ਬਜਟ ਦੇ ਵਿੱਚ ਕੋਈ ਬਲੂਪ੍ਰਿੰਟ ਹੈ ਨਹੀਂ। ਪੂਰਾ ਕਰ ਲਓ ਯਾਰ ਨੀਵਾ, ਮੂੰਹ ਤਾਂ ਦਿਖ ਜੇ ਉਹਨਾਂ ਦਾ। ਜੇ ਤੁਸੀਂ ਵੇਖਿਆ ਜਾਏ ਤੇ 15000 ਕਰੋੜ ਰੁਪਈਆ ਤੇ ਨਿਹਰਾ ਘਟ ਰਿਹਾ, ਜਿਹੜਾ ਜੀਐਸਟੀ ਦੀ ਕੰਪਨਸੇਸ਼ਨ ਰੁਕ ਰਹੀ। ਅਸੀਂ ਇਹ ਪੁੱਛ ਰਹੇ ਹਾਂ ਜੋ 15000 ਕਰੋੜ ਰੁਪਈਆ ਘਟ ਰਿਹਾ, ਪਹਿਲੇ ਦੱਸੋ ਪੂਰਾ ਕਿੱਥੋਂ ਕਰੋ। ਜਿਹੜੀਆਂ ਗਵਰਨਮੈਂਟ ਦੀਆਂ ਫਿਗਰਸ ਵੀ ਬਲੀਵ ਕਰੀਏ ਤੇ 13,500 ਕਰੋੜ ਰੁਪਈਆ ਇਹ ਕਹਿ ਰਹੇ ਨੇ ਅਸੀਂ ਹਰ ਰਿਸੋਰਸ ਨੂੰ ਇਕੱਠਾ ਕਰਕੇ ਪੂਰਾ ਕਰੋ। ਉਹਦਾ ਮਤਲਬ ਕਿ ਜੇ ਉਹ ਵੀ ਪੂਰਾ ਗੈਪ ਦੂਰ ਨਹੀਂ ਹੋਇਆ, ਫਿਰ ਨਵੇਂ ਪ੍ਰੋਗਰਾਮ ਕੀ ਲੈ ਕੇ ਆਣਗੇ? ਫਿਰ ਆ 300 ਯੂਨਿਟ 'ਚ ਟੋਟਲ ਬੈਨੀਫੀਸ਼ਰੀ ਨਹੀਂ ਦੱਸੇ, ਪੈਸਾ ਕਿੰਨਾ ਲੱਗਣਾ ਉਹ ਨਹੀਂ ਦੱਸਿਆ। ਸੋ ਇਹਦੇ ਵਿੱਚ ਕੋਈ ਰੋਡ ਮੈਪ ਹੈ ਨਹੀਂ। ਸਾਰੀ ਵੱਡੀ ਗੱਲ ਇਹ ਕਿ ਇੱਕ ਬਲੂ ਪ੍ਰਿੰਟ ਹੁੰਦਾ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਇੰਨਾ ਭਾਰੀ ਕਰਜ਼ਾ ਹੈ, ਜਿਹਦੇ ਵਿੱਚੋਂ ਤੁਸੀਂ ਵੇਖੋ 90% ਪੈਸੇ ਤੇ ਨਿਰੀਆਂ ਤਨਖਾਹਾਂ ਤੇ ਪੈਨਸ਼ਨਾਂ ਤੇ ਜਿਹੜੇ ਆਲਰੇਡੀ ਜਿੱਥੇ ਇਹਨਾਂ ਨੇ ਪੈਸੇ ਦੇਣੇ ਹੀ ਦੇਣੇ ਨੇ, ਇਹਨਾਂ ਕੋਲ ਤਾਂ 10% ਪੈਸੇ ਰਹਿ ਜਾਂਦੇ ਨੇ। ਉਹ ਇਹ ਪੁੱਛ ਰਹੇ ਆ ਕਿ ਇਹਦੇ ਵਿੱਚ ਐਕਚੁਅਲ ਫਿਗਰਸ ਨਹੀਂ ਇਹਨਾਂ ਦਿੱਤੀਆਂ। ਕੁਝ ਕੈਗ ਵੱਲੋਂ ਜਿਹੜੀਆਂ ਐਕਚੁਅਲ ਫਿਗਰਸ ਨੇ ਉਹ ਆ ਚੁੱਕੀਆਂ ਨੇ, ਬਟ ਉਹ ਇਹਨਾਂ ਨੇ ਬਜਟ ਦੇ ਵਿੱਚ ਇਨਕਲੂਡ ਨਹੀਂ ਕੀਤੀ। ਬਸ ਤੁਹਾਡੇ ਹੱਥ ਦੇ ਵਿੱਚ ਫਾਈਲ ਹੈ, ਲੱਗਦਾ ਕੋਈ ਸਰਕਾਰ ਦੇ ਲਈ ਨਵਾਂ ਸਵਾਲ ਲੈ ਕੇ ਜਾ ਰਹੇ ਹੋ। ਸਵਾਲਾਂ ਤੇ ਕਈ ਹੈ। ਵੇਖੋ ਇੱਕ ਬੜੀ ਅਨਫੋਰਚੂਨੇਟ ਗੱਲ ਹੈ ਕਿ ਲਾਈਵ ਟੀਵੀ ਇਹਨਾਂ ਨੇ ਕਿਹਾ ਕਿ ਜੀ ਇਹ ਲਾਈਵ ਕਵਰੇਜ ਕਰਾਂਗੇ। ਅਸੀਂ ਵੈਲਕਮ ਕੀਤਾ ਜੀ। ਸਾਰਿਆਂ ਨੂੰ ਪਹਿਲੇ ਇਸ ਗੱਲ ਦੇ ਐਡਵੋਕੇਟ ਸੀ ਕਿ ਜਿਸ ਤਰ੍ਹਾਂ ਰਾਜ ਸਭਾ ਲੋਕ ਸਭਾ 'ਚ ਲਾਈਵ ਹੁੰਦਾ, ਸਾਰੇ ਪੰਜਾਬ ਨੂੰ ਪਤਾ ਲੱਗੇ ਕਿ ਸਰਕਾਰ ਦੀ ਪਰਫਾਰਮੈਂਸ ਕਿਹੋ ਜੀ, ਆਪੋਜੀਸ਼ਨ ਦੀ ਕੀ, ਹਰ ਮੈਂਬਰ ਤੇ ਮਿਨਿਸਟਰ ਦੀ ਤੇ ਚੀਫ ਮਿਨਿਸਟਰ ਦੀ ਪਰਫਾਰਮੈਂਸ ਕੀ। ਬਟ ਅਨਫੋਰਚੂਨੇਟਲੀ ਕੱਲ੍ਹ ਮੈਨੂੰ ਪ੍ਰੈਸ ਤੇ ਹੀ ਮੇਰੇ ਵੀਰਾਂ ਨੇ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਾਡੇ ਵਰਕਰ ਸਾਥੀਆਂ ਨੇ ਦੱਸਿਆ ਕਿ ਇੰਨਾ ਅਨਫੇਅਰ ਹੈ ਜੀ। ਜਦੋਂ ਚੀਫ ਮਿਨਿਸਟਰ ਸਾਹਿਬ ਬੋਲਦੇ ਨੇ ਸਾਰਾ ਕੈਮਰਾ ਉਹਨਾਂ ਦੇ ਮੂੰਹ ਤੇ, ਮਿਨਿਸਟਰ ਬੋਲਦੇ ਉਹਨਾਂ ਤੇ, ਆਪ ਦੇ ਐਮਐਲਏ ਬੋਲਦੇ ਨੇ। ਜਦੋਂ ਅਸੀਂ ਬੋਲਦੇ ਆ ਲੀਡਰ ਆਫ ਦੀ ਆਪੋਜੀਸ਼ਨ ਜਾਂ ਕੋਈ ਵੀ ਐਮਐਲਏ ਬੋਲਦਾ ਜਿਹੜਾ ਆਪੋਜੀਸ਼ਨ 'ਚ ਬੈਠਾ ਹੈ, ਉਹ ਕੈਮਰਾ ਖਿੱਚ ਕੇ ਉੱਥੇ ਲੈ ਜਾਂਦੇ ਕਿ ਕੋਈ ਪਛਾਣ 'ਚ ਨਹੀਂ ਆਉਂਦਾ ਕਿ ਬੋਲ ਕਿੱਥੋਂ ਰਿਹਾ। ਨਿਰੀ ਆਵਾਜ਼ ਆਉਂਦੀ। ਹੁਣ ਦੱਸੋ ਆਵਾਜ਼ ਤੋਂ ਬੰਦਿਆਂ ਨੇ ਥੋੜਾ ਪਛਾਣਨਾ ਸਰ। ਅਗਨੀਪਥ ਸਕੀਮ ਨੂੰ ਕਿਵੇਂ ਦੇ? ਇੱਕ ਮਿੰਟ ਗੱਲ ਪੂਰੀ। ਅਗਨੀਪਥ ਤੇ ਕੱਲ ਆਏਗੀ ਜੀ, ਕੱਲ ਰੈਜ਼ੋਲੂਸ਼ਨ ਕੱਲ ਆਣਾ, ਉਹਦੇ ਤੇ ਡਿਸਕਸ਼ਨ ਹੋਣੀ ਹੈ। ਆਪਣਾ ਸਾਰਾ ਵਿਊ ਪੁਆਇੰਟ ਉੱਥੇ ਰੱਖਾਂਗੇ, ਪੰਜਾਬ ਯੂਨੀਵਰਸਿਟੀ ਤੇ ਵੀ ਰੱਖਾਂਗੇ। ਇਹ ਕੱਲ 2 ਰੈਜ਼ੋਲੂਸ਼ਨਸ ਆ ਰਹੇ ਨੇ। ਸਵੇਰੇ ਪਹਿਲੇ ਹਾਫ ਦੇ ਵਿੱਚ ਇੱਕ ਅਗਨੀਪਥ ਹੈ ਜਿਹੜਾ ਜੁਆਇੰਟ ਮੈਂ ਕਿਹਾ ਕਿ ਰੈਜ਼ੋਲੂਸ਼ਨ ਮੂਵ ਕੀਤਾ, ਦੂਜਾ ਪੰਜਾਬ ਯੂਨੀਵਰਸਿਟੀ। ਇਹ ਇਕੱਠੇ ਹੀ ਇੱਕ ਚੀਜ਼ ਤਾਂ ਕਹਿ ਰਹੇ ਨੇ ਕਿ ਕਾਂਗਰਸ ਉਹਦੇ ਸਿੱਧੇ ਹੱਸਦੇ ਮਜ਼ਾਕੀਆ ਲੈਕਚਰ ਵਿੱਚ ਤੰਜ ਕਰਦੇ ਆ ਨਾ। ਦਿੱਤੇ ਗਏ ਸੀਗੇ ਵੀਆਈਪੀ ਟ੍ਰੀਟਮੈਂਟ। ਉਹ ਮੈਂ ਕਿਹਾ ਜੀ ਕੋਈ ਵੀਆਈਪੀ ਟ੍ਰੀਟਮੈਂਟ ਵੀ ਫਿਰ ਕਈਆਂ ਨੂੰ ਵੀਆਈਪੀ ਟ੍ਰੀਟਮੈਂਟ ਵੀ ਦੇਣਾ ਪੈਂਦਾ ਹੈ। ਜੇ ਦਿੱਤਾ ਹੈ ਤਾਂ ਪਤਾ ਲੱਗ ਜਾਏ, ਦੱਸੇ। ਪਰ ਐਵੇਂ ਇਲਜ਼ਾਮਤ ਲਾਉਣ, ਪਿੱਛੇ ਇਲਜ਼ਾਮਤ ਨਾ ਲਾਏ ਜਾਣ, ਉਹਦਾ ਪ੍ਰੂਫ ਦਿੱਤਾ ਜਾਵੇ। ਕੋਈ ਫੋਟੋਆਂ ਦਿਖਾਈਆਂ ਜਾਣ, ਹੁਣ ਕੋਈ ਚੀਜ਼ ਦੱਸੀ ਜਾਵੇ। ਉਹਨਾਂ ਨੇ ਸਾਨੂੰ ਤਾਂ ਪਤਾ ਲੱਗਿਆ ਇਹ ਕਿਹਾ ਕਿ ਉਹਨਾਂ ਦੀ ਧਰਮਪਤਨੀ ਨਾਲ ਰਹਿੰਦੀ ਸੀ। ਹਾਂਜੀ, ਹੁਣ ਜੇਲ੍ਹ 'ਚ ਧਰਮਪਤਨੀ ਅੰਦਰ ਜਾਂਦੀ ਹੋਊਗੀ, ਉੱਥੇ ਕੈਮਰਾਜ਼ ਲੱਗੇ ਆ, ਕੋਈ ਫੋਟੋਗ੍ਰਾਫੀ ਹੋਊਗੀ, ਐਵੇਂ ਕੋਈ ਕਹੀ ਜਾਵੇ ਤਾਂ ਫਿਰ ਉਹ ਗੱਲ ਬਣਦੀ ਨਹੀਂ। ਮੈਂ ਹਮੇਸ਼ਾ ਹੀ ਸੌਫਟ ਹੁੰਦਾ, ਮੈਂ ਸੌਫਟ ਹੋ ਗਿਆ। ਮੈਂ ਤਾਂ ਕਹਿੰਦਾ ਹੌਲੀ ਕਿਤੇ ਛੁਰਲੇ ਜਿਹੇ ਛੱਡ ਦਿੰਦੇ ਆ। ਉਮਰ ਐਸੀ ਆ ਗਈ ਹੈ, ਉਮਰ ਐਸੀ ਆ ਗਈ ਹੈ। ਐਸੀ ਕਿਹਦੀ ਆ ਗਈ ਉਮਰ ਦੱਸੋ। ਉਹ ਵੀ ਜਦੋਂ ਅਸੀਂ ਨੌਜਵਾਨ ਸੀ, ਸਭ ਤੋਂ ਨਹੀਂ ਇੱਕ ਦਿਨ 'ਚ ਨਹੀਂ, ਜਦੋਂ ਸਭ ਤੋਂ ਵੜਿੰਗ ਸਾਹਿਬ ਆ ਬਿਆਨ ਤੋਂ ਵੱਡਾ ਯਕੀਨ ਨਹੀਂ ਕਰਨਾ ਕਹਿਣਗੇ ਵੜਿੰਗ ਸਾਹਿਬ। ਸਭ ਤੋਂ ਛੋਟੀ ਉਮਰ ਦਾ ਮੈਂ ਆਇਆ ਸੀ, ਉਦੋਂ ਬੜਾ ਉੱਡ ਕੇ ਪੈਂਦਾ ਸੀ। ਹੁਣ ਸਭ ਤੋਂ ਛੋਟੀ ਉਮਰ ਦੇ ਹੋਰ ਮੁੰਡੇ ਬਥੇਰੇ ਆ ਗਏ, ਤੀਜੀ ਟਰਮ ਹੋ ਗਈ ਹੈ। ਔਰ ਮੇਰਾ ਖਿਆਲ ਸਮੇਂ ਦੇ ਨਾਲ ਤਲਖੀਆਂ ਜਿਹੜੀਆਂ ਘਟਾ ਦੇਣੀਆਂ ਚਾਹੀਦੀਆਂ। ਔਰ ਇਹੀ ਮੇਰਾ ਸਾਰਿਆਂ ਨੂੰ ਰਾਏ ਹੈ, ਕਿਉਂਕਿ ਗਰਮ ਜੋਸ਼ੀ ਨਾਲ ਬਹੁਤਾ ਕਈ ਵਾਰੀ ਕੁਝ
ਸਵਾਰੇ ਦੀ ਤੁਹਾਡਾ ਬਿਆਨ ਹੁਣ ਸਾਰੇ ਸੁਣਿਆ ਇਹ ਨਾ ਹੋਵੇ ਅੰਦਰ ਜਾ ਕੇ ਕਿਤੇ ਬਿਆਨ ਬਦਲ ਜੇ ਅੰਦਰ ਤਲਕ ਹੋਏ ਨਜ਼ਰ ਆ ਜਾਓ। ਬੰਦੇ ਦੀ ਟੈਂਡੈਂਸੀ ਹੈ, ਹਿਊਮਨ ਟੈਂਡੈਂਸੀ ਹੈ, ਜਦੋਂ ਉਹਨੂੰ ਕੋਈ ਪਿੰਚ ਕਰਦਾ ਹੈ। ਕੱਲ ਬੜੇ ਲੋਕਾਂ ਨੇ ਬੜੀਆਂ ਗੱਲਾਂ ਕੀਤੀਆਂ, ਮੈਂ ਆਰਾਮ ਨਾਲ ਸੁਣੀਆਂ, ਹੱਥ ਵੀ ਜੋੜੇ, ਕਈਆਂ ਨੇ ਆਪਦੀ ਮਰਜ਼ੀ ਨਾਲ ਹੀ ਕੁਝ ਵੀ ਕਹਿ ਦਿੱਤਾ ਗਿਆ। ਸੋ ਫਿਰ ਉਹਦਾ ਹਰ ਚੀਜ਼ ਦਾ ਉੱਠ ਕੇ ਹੁਣ ਗਗਨ ਉਹ ਛੋਟੀ ਕੁੜੀ ਹੈ, ਪਹਿਲੀ ਵਾਰੀ ਆਈ ਹੈ, ਕਈਆਂ ਨੂੰ ਉਹ ਵਿਚਾਰੀ ਹਰ ਰੋਜ਼ ਹੀ ਕੋਈ ਨਵਾਂ ਬਿਆਨ ਦਿੰਦੀ ਹੈ। ਸੋ ਕਦੀ ਕਹਿ ਲਈਏ ਫਸਲ ਵੱਢਣ ਵਾਲੀ ਹੈ, ਕਿਸੇ ਕਿਤੇ ਰਾਜਧਾਨੀ ਹੈ। ਹੁਣ ਮੈਂ ਬੀਬੀ ਹੈ, ਆਪਣੀ ਸਭਿਅਤਾ ਹੈ, ਕੁੜੀਆਂ ਨਾਲ ਹੁਣ ਮੈਂ ਤੁਹਾਡੇ ਨਾਲ ਜਦਾਈ ਕਰਦਾ ਚੰਗਾ ਥੋੜੀ ਲੱਗਦਾ। ਇਹੋ ਜਿਹੇ ਕਈ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕੀਤੀ ਜਾ ਰਹੀ ਸੀ, ਉਹਨੂੰ ਕਿੱਦਾਂ ਦੇਖਦੇ ਹੋ? ਕਹਿ ਰਹੇ ਸਮਾਂ ਨਹੀਂ ਮਿਲ ਪਾ ਰਿਹਾ ਵਿਰੋਧੀਆਂ ਨੂੰ। ਤਿਆਰੀ ਤਾਂ ਹਮੇਸ਼ਾ ਹੀ, ਹੁਣ 15 ਸਾਲ ਹੋ ਗਏ, ਹੁਣ ਤਿਆਰੀ ਕਰਨ ਦੀ ਲੋੜ ਨਹੀਂ। ਨਹੀਂ ਕੱਲ ਤੁਸੀਂ ਇੱਕ ਸ਼ੇਅਰ ਦੀ ਗੱਲ ਕਰੀ ਕਿ ਸਾਡੇ ਫਾਈਨਾਂਸ ਮਿਨਿਸਟਰ ਆਓ ਨਹੀਂ ਕੋਸਟ ਕਰੋ ਆ ਜਾਓ। ਸਾਡੇ ਫਾਈਨਾਂਸ ਮਿਨਿਸਟਰ ਨੇ ਸ਼ੇਅਰ ਪੜਿਆ ਸੀਗਾ ਔਰ ਚੀਮਾ ਸਾਹਿਬ ਨੇ ਵੀ ਇਹ ਪੜਤਾ। ਮੈਂ ਤਾਂ ਇਹ ਕਿਹਾ ਕਿ ਅਬ ਸ਼ੇਰ ਅਸ਼ੂਰਾ ਦਾ ਸਮਾਨ ਮਤਲਬ ਕਿ ਕੋਈ ਗੱਲ ਬਣਦੀ ਨਹੀਂ ਹੈ। ਲੋਕਾਂ ਨੂੰ ਰਿਐਲਿਟੀ 'ਚ ਲੈ ਕੇ ਆਓ। ਉਹ ਪੁਰਾਣਾ ਸ਼ੇਰ ਹੀ ਸੀਗਾ, ਮੈਂ ਉਹਨਾਂ ਨੂੰ ਆਖਿਆ ਵੀ ਸ਼ੇਰ ਤਾਂ ਨਵਾਂ ਲਿਆਉਂਦੇ ਹੋ। ਪੁਰਾਣਾ ਸ਼ੇਰ ਵੀ ਤੁਹਾਨੂੰ ਘੱਟ ਹੀ ਪਸੰਦ ਆਉਂਦਾ ਸੀ। ਚਲੋ ਮੈਨੂੰ ਪਸੰਦ ਆਉਣੀ ਨਾ ਆਉਣੀ ਵੱਖਰੀ ਗੱਲ ਹੈ, ਪਰ ਸ਼ੇਰ ਤਾਂ ਬਦਲ ਲੈਣਾ ਚਾਹੀਦਾ ਸੀ। ਉਹੀ ਕਾਪੀ ਕੱਟ ਪੇਸਟ ਕਰਕੇ ਉਹਨਾਂ ਹੀ ਅਫਸਰਾਂ ਨੇ ਜਿਹੜੇ ਸਾਡਾ ਬਜਟ ਬਣਾਉਂਦੇ ਸੀ ਉਹਨਾਂ ਨੇ ਉਹਨਾਂ ਵੜਿੰਗ ਸਾਹਿਬ, ਸਿੱਧੂ ਮੂਸੇਵਾਲਾ ਮਰਡਰ ਨੂੰ 1 ਮਹੀਨਾ ਹੋ ਗਿਆ, ਇਨਸਾਫ ਕਿਵੇਂ ਦੇਖਦੇ ਹੋ? ਮੈਨੂੰ ਲੱਗਦਾ ਕਿ ਇਨਸਾਫ ਮਿਲਣਾ ਚਾਹੀਦਾ ਸੀ ਹੁਣ ਤੱਕ, ਲੇਕਿਨ ਹਜੇ ਤੱਕ ਕੋਈ ਪੁਖਤਾ ਕਾਰਵਾਈ, ਔਰ ਮੈਂ ਵੀ ਵਾਰੀ-ਵਾਰੀ ਗੱਲ ਕਰਕੇ ਕੋਈ ਹੋ ਸਕਦਾ ਕੋਈ ਵੱਖਰੇ ਤੱਥਾਂ ਦੀ ਤਲਾਸ਼ 'ਚ ਹੋਵੇ ਪੁਲਿਸ। ਅਗੇਨ ਮੈਂ ਕਹਾਂਗਾ ਕਿ ਜਲਦ ਤੋਂ ਜਲਦ ਪੰਜਾਬ ਦੇ ਲੋਕ ਇਸ ਗੱਲ ਨੂੰ ਉਡੀਕ ਰਹੇ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਤੇ ਸਲਾਖਾਂ ਦੇ ਪਿੱਛੇ ਉਹ ਹੋਣੇ ਚਾਹੀਦੇ। ਸੋ ਉਮੀਦ ਕਰਦਾ ਕਿ ਪੰਜਾਬ ਪੁਲਿਸ ਜਲਦੀ ਦੋਸ਼ੀ ਲੱਭ ਲਏਗੀ, ਉਹਨਾਂ ਲੋਕਾਂ ਨੂੰ ਸਜ਼ਾ ਦੇਵੇਗੀ। ਉਦੈਪੁਰ ਦੇ ਵਿੱਚ ਬੜੀ ਜਿਹੜਾ ਘਟਨਾ ਦੇਖਦੇ ਹੋ ਉਹਨੂੰ ਕਿੱਦਾਂ ਦੇਖਦੇ ਹੋ? ਮੈਂ ਸਮਝਦਾ ਜੀ ਕਿ ਇਹੋ ਜਿਹੀਆਂ ਘਟਨਾਵਾਂ ਅਗਰ ਦੇਸ਼ ਦੇ ਅੰਦਰ ਨਾ ਹੋਣ ਤਾਂ ਚੰਗੀ ਗੱਲ ਹੈ। ਬਹੁਤ ਮਾੜੀ ਘਟਨਾ, ਇਹੋ ਜਿਹੀਆਂ ਘਟਨਾਵਾਂ ਨਹੀਂ ਹੋਣਗੀਆਂ। ਤਾਂ ਰਾਜਾ ਵੜਿੰਗ ਕਿ ਬਾਕੀ ਤਾਂ ਗਾਇਬ ਹੀ ਰਹਿੰਦੇ ਆ ਜੀ। ਕੱਲ੍ਹ ਆਏ ਨਹੀਂ ਸੈਸ਼ਨ ਦੇ ਵਿੱਚ, ਏਡੇ ਕਿ ਸਵੇਰਦੇ ਨੇ ਪੰਜਾਬ ਲਈ ਵੀ ਇੱਥੇ ਬਹਿ ਕੇ ਜੇ ਤੁਹਾਡੇ ਕੋਲੇ ਕੋਈ ਵਿਚਾਰ ਚਰਚਾ 'ਚ ਹਿੱਸਾ ਲੈਣ ਦੀ ਸ਼ਮਤਾ ਤਾਂ ਤੁਸੀਂ ਆਓ। ਕੁਛ ਨਹੀਂ ਲਿਆ ਦੇ ਕੇ ਜੀ ਆ ਦੇਖੋ ਜੀ, ਤੁਸੀਂ ਕਹਿੰਦੇ ਸੀ ਰੇਤੇ 'ਚੋਂ 20,000 ਕਰੋੜ ਬਚਣਾ ਜੀ, ਦੱਸੋ ਕਿੱਥੋਂ ਬਚੂਗਾ ਜੀ? ਜਦੋਂ ਸਾਡੇ ਹਰਜੋਤ ਬੈਂਸ ਸਾਹਿਬ ਜਿਹੜੇ ਮੰਤਰੀ ਨੇ, ਜਦੋਂ ਉਹਨਾਂ ਨੇ ਅੰਕੜੇ ਪੇਸ਼ ਕੀਤੇ ਵੀ ਕੀ ਕੁਛ ਹੁੰਦਾ ਰਿਹਾ ਪਿਛਲੇ ਸਾਲਾਂ ਦੇ ਵਿੱਚ, ਤੇ ਫਿਰ ਕੋਈ ਜਵਾਬ ਨਹੀਂ ਉਹਦਾ। ਕਹਿੰਦੇ ਨਹੀਂ ਜੀ ਉਹਦਾ ਜਵਾਬ ਦਿਓ ਜਿਹੜਾ ਤੁਸੀਂ ਪੰਜਾਬ ਲੁੱਟ ਕੇ ਖਾਧਾ ਰੇਤ ਮਾਫੀਆ ਦੇ ਵਿੱਚ, ਔਰ ਜਿਹਦੇ ਕਰਕੇ ਭੋਏ ਦਾ MLA ਜਿਹੜਾ ਉਹ ਫੜਿਆ ਗਿਆ, ਠੀਕ ਹੈ ਨਾ ਜੀ, ਤੇ ਉਹਦਾ ਕੋਈ ਜਵਾਬ ਨਹੀਂ ਹੈ ਜੀ। ਤੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਜਿੰਨੇ MLA ਨੇ ਨਾ ਕਾਂਗਰਸ ਦੇ ਜੀ, ਇਨਕਲੂਡਿੰਗ LOP ਸਾਹਿਬ, ਉਹਨਾਂ ਨੂੰ ਕੋਈ ਬਾਹਲੀ ਬਜਟ ਬੁੱਢ ਦੀ ਸਮਝ ਹੈ ਨਹੀਂ, ਬਸ ਟਾਈਮ ਪਾਸ ਹੀ ਹੈ। LOP ਸਾਹਿਬ ਨੂੰ ਤੁਹਾਡਾ ਕਹਿਣਾ ਕਿ ਸਮਝ ਨਹੀਂ ਹੈ ਬਜਟ ਦੀ? ਕੋਈ ਗੱਲ ਹੀ ਨਹੀਂ ਕਰਦੇ ਜੀ ਬਜਟ ਦੀ, ਪੰਜਾਬ ਦੀ ਤਾਂ ਗੱਲ ਹੀ ਨਹੀਂ ਕਰਦੇ ਜੀ, ਉਹ ਤਾਂ ਹੋਰ ਹੀ ਕੋਈ ਗੱਲਾਂ ਕਰੀ ਜਾਂਦੇ ਨੇ। ਕਿਉਂਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਆਲਰੇਡੀ ਪਹਿਲਾਂ ਸਬਕ ਸਿਖਾਤਾ ਜੀ। ਇਹ ਮੰਦਰ ਹੈ ਜੀ ਵਿਧਾਨ ਸਭਾ, ਪੰਜਾਬ ਦੇ ਲੋਕਾਂ ਦਾ, ਲੋਕਾਂ ਦੀ ਆਸਥਾ ਦੇ ਵਿੱਚ ਇੱਥੋਂ ਕਾਨੂੰਨ ਬਣਦੇ ਆ, ਇੱਥੋਂ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਉਮੀਦ ਹੈ। ਅਗਰ ਤੁਸੀਂ ਪੰਜਾਬ ਦੇ ਲੋਕਾਂ ਦੀ, ਜਦੋਂ ਕੋਈ ਆਪਾਂ ਸਿੱਖਿਆ ਦੀ ਗੱਲ ਕਰ ਰਹੇ ਹਾਂ, ਆਪਾਂ ਸਿਹਤ ਦੀ ਗੱਲ ਕਰ ਰਹੇ ਹਾਂ, ਆਪਾਂ ਪੰਜਾਬ ਦੀ ਗਵਰਨਮੈਂਟ ਦੀ ਗੱਲ ਕਰ ਰਹੇ ਹਾਂ, ਉਹਦੇ ਵਿੱਚ ਤੁਸੀਂ ਜਦੋਂ ਤੁਹਾਨੂੰ ਟਾਈਮ ਮਿਲਿਆ 70 ਸਾਲਾਂ ਦੇ ਵਿੱਚ ਤੁਸੀਂ ਕੱਖ ਨਹੀਂ ਕੀਤਾ। ਹੁਣ ਸਾਡੀ ਵਾਰੀ ਆਈ, ਅਸੀਂ ਕੀਤਾ, ਤਾਂ ਘੱਟੋ ਘੱਟ ਤੁਸੀਂ ਮਾੜਾ ਮੋਟਾ ਹਾਂ ਦਾ ਨਾਰਾ ਤਾਂ ਕੋਈ ਉਹਦੇ ਵਿੱਚ ਮਾਰੋ। ਇਹ ਜ਼ਰੂਰੀ ਥੋੜਾ ਹੁੰਦਾ ਆਪੋਜੀਸ਼ਨ ਦਾ ਮਤਲਬ। ਸਾਹਿਬ ਤੁਸੀਂ ਕਹਿੰਦੇ ਹੋ ਕਿ ਪ੍ਰਤਾਪ ਬਾਜਵਾ ਨੂੰ ਪਤਾ ਨਹੀਂ ਹੈ, ਪਰ ਤੁਹਾਡੇ ਵਿਧਾਇਕ ਚਰਨਜੀਤ ਚੰਨੀ ਕਹਿ ਕੇ ਗਏ ਨੇ ਚਮਕੌਰ ਸਾਹਿਬ ਤੋਂ, ਕਹਿੰਦੇ ਬਹੁਤ ਵਧੀਆ ਲੀਡਰ ਆਫ ਆਪੋਜੀਸ਼ਨ ਨੇ। ਲੀਡਰ ਅੱਛੇ ਹੋ ਸਕਦੇ ਆ ਜੀ, ਲੀਡਰ ਅੱਛੇ ਹੋ ਸਕਦੇ ਆ, ਪਰ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰਨ ਵਾਲਾ ਬੰਦਾ ਜਿਹੜਾ ਉਹ ਟਾਵਾਂ ਟਾਵਾਂ ਹੀ ਹੈ ਜੀ। ਠੀਕ ਹੈ। ਅੱਜ ਬਹਿਸ ਹੋ ਗਈ। ਸਰਕਾਰ ਅਗਨੀਪਥ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਾਮਲੇ ਦੇ ਉੱਤੇ ਕੱਲ ਨੂੰ ਮਤਾ ਲਿਆ ਸਕਦੀ ਹੈ। BJP ਦਾ ਕੀ ਸਟੈਂਡ ਹੈ? ਪਹਿਲੀ ਗੱਲ ਤਾਂ ਸਮਝ ਲਓ ਕਿ ਚੰਡੀਗੜ੍ਹ ਦਾ ਕੇਂਦਰੀਕਰਨ ਕਰਨ ਦਾ ਕੇਂਦਰ ਦਾ ਕੋਈ ਇਰਾਦਾ ਨਹੀਂ ਹੈ। ਇਸ ਕਰਕੇ ਐਸੇ ਮਤੇ ਨੂੰ ਲਿਆ ਕੇ ਭ੍ਰਮਿਤ ਕਰਨ ਦਾ ਵੀ ਹਾਊਸ ਨੂੰ ਅਧਿਕਾਰ ਨਹੀਂ ਹੈ। ਰਹੀ ਗੱਲ ਅਗਨੀਪਥ ਦੀ, ਅਗਨੀਪਥ ਦੇ ਮਾਮਲੇ 'ਚ ਕਾਂਗਰਸ ਨੂੰ ਖਾਸ ਕਰਕੇ ਨਾ ਮਨੀਸ਼ ਤਿਵਾਰੀ ਦਾ ਲੇਖ ਜਿਹੜਾ ਅੱਜ ਉਹਦਾ ਬਿਆਨ ਆ ਉਹਨੂੰ ਪੜ੍ਹ ਲੈਣਾ ਚਾਹੀਦਾ। ਕਾਂਗਰਸ ਅੰਤਰਦਵੰਦ 'ਚ ਹੈ ਔਰ ਉਹਨੂੰ ਖੁਦ ਹੀ ਨਹੀਂ ਪਤਾ ਚੱਲ ਰਿਹਾ ਕਿ ਆਪਣੀ ਜ਼ਮੀਨ ਕਿੱਥੋਂ ਮੈਂ ਪ੍ਰਾਪਤ ਕਰਾਂ। ਔਰ ਅਗਨੀਪਥ ਜਿਹੜੀ ਹੈ ਸਕੀਮ ਨੌਜਵਾਨ ਨੂੰ ਸਕਿੱਲ ਕਰਨ ਲਈ ਹੈ, ਡਿਸਪਲਿਨ ਨੌਜਵਾਨ। ਔਰ ਮੈਨੂੰ ਦੱਸੋ ਕਿ 21 ਸਾਲ ਦੀ ਉਮਰ ਦੇ ਅੰਦਰ ਅਗਰ ਇੱਕ ਨੌਜਵਾਨ ਅਲੱਗ-ਅਲੱਗ ITI ਜਾਂਦਾ 2 ਸਾਲ ਲਾ ਕੇ ਆ ਜਾਂਦਾ, +2 ਦਾ ਸਰਟੀਫਿਕੇਟ ਉਹਨੂੰ ਮਿਲ ਰਿਹਾ ਹੈ, ਉਹ ਟ੍ਰੇਨਡ ਹੋ ਰਿਹਾ ਹੈ, 25% ਫੌਜ 'ਚ ਜਾ ਰਿਹਾ ਹੈ, BSF ਅਲੱਗ ਲਏਗੀ ਉਹਨਾਂ ਨੂੰ, CRP ਅਲੱਗ ਲਏਗੀ, ਪੁਲਿਸ ਡਿਪਾਰਟਮੈਂਟ ਅਲੱਗ, ਔਰ ਉਹ ਜਿਹੜੇ ਉਹਦੇ ਇਲਾਵਾ
ਨੌਜਵਾਨ ਰਹਿਣਗੇ ਉਹ ਅਲੱਗ-ਅਲੱਗ ਦਾਇਰਿਆਂ ਦੇ ਅੰਦਰ ਆਪਣੀ ਸਕਿੱਲ ਦੀ ਯੋਗਤਾ ਦੇ ਅਨੁਸਾਰ ਚਲੇ ਜਾਣਗੇ। ਉਹਦੇ ਅੰਦਰ ਤਾਂ ਕਿਸੇ ਨੌਕਰੀ ਦੇ ਉਹਨਾਂ ਲਈ ਤਾਂ ਇਤਨੇ ਦਰਵਾਜ਼ੇ ਖੁੱਲ ਜਾਣੇ ਆ ਕਿ ਜਿਹਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਇਹ ਤਾਂ ਸਰਕਾਰ ਨੂੰ ਪੁੱਛੋ ਨਾ ਜਾ ਕੇ। ਮੈਂ ਪਾਰਟੀ ਦੇ ਮੈਂ ਸਿਆਸਤਦਾਨ ਨਹੀਂ, ਮੈਂ ਬਤੌਰ ਐਮਐਲਏ ਨਹੀਂ, ਪਾਰਟੀ ਦੇ ਅਧਿਕਸ਼ ਦੇ ਨਾਤੇ ਵੀ ਇਹ ਬਿਆਨ ਦੇ ਰਿਹਾ ਔਰ ਜ਼ਿੰਮੇਵਾਰੀ ਨਾਲ ਦੇ ਰਿਹਾ। ਕੇਂਦਰ ਦੀ ਐਸੀ ਕੋਈ ਮਨਸ਼ਾ ਨਹੀਂ ਹੈ ਔਰ ਇਹ ਕੇਂਦਰ ਦੇ ਵਿਚਾਰਧੀਨ ਵੀ ਨਹੀਂ ਹੈ ਮਾਮਲਾ ਜਿਹਨੂੰ ਇਹ ਮਾਮਲਾ ਬਣਾ ਰਹੇ ਨੇ। ਸ਼ਰਮਾ ਜੀ ਕੱਲ ਐਜੂਕੇਸ਼ਨ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਟੇਕ ਓਵਰ ਕਰਨ ਦੇ ਲਈ ਤਿਆਰ ਹਾਂ, ਜੇ ਕੇਂਦਰ ਸਰਕਾਰ ਦੇਵੇ 100% ਖਰਚਾ ਅਸੀਂ ਚੁੱਕਾਂਗੇ। ਅਰੇ ਕਰਨ ਨਾ, ਮੈਂ ਤੁਹਾਨੂੰ ਕੇਂਦਰ ਦੀ ਮਨਸ਼ਾ ਦੱਸਦੀ ਹੈ ਔਰ ਮੈਂ ਜੇ ਕੋਈ ਗੱਲ ਬੋਲ ਰਿਹਾ ਮੈਂ ਤੁਹਾਨੂੰ ਕਹਿਣਾ ਕਿ ਐਮਐਲਏ ਦੇ ਨਾਤੇ ਨਾ ਵੀ ਮੇਰੇ ਬਿਆਨ ਨੂੰ ਲੋ, ਐਜ਼ ਏ ਪ੍ਰੈਜ਼ੀਡੈਂਟ ਬੀਜੇਪੀ ਪੰਜਾਬ ਦੇ ਮੈਂ ਕਹਿ ਰਿਹਾ ਕੇਂਦਰ ਦੀ ਐਸੀ ਕੋਈ ਯੋਜਨਾ ਨਹੀਂ ਹੈ, ਨਾ ਉਹ ਇਹਦਾ ਕੇਂਦਰੀਕਰਨ ਕਰਨ ਦੀ ਕੋਈ ਯੋਜਨਾ ਹੈ। ਇਹ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਵਾਹ ਕਰੇ ਪੰਜਾਬ ਸਰਕਾਰ ਔਰ ਇਹ ਜਾ ਕੇ ਉਹਨਾਂ ਪ੍ਰੋਫੈਸਰਾਂ ਨੂੰ ਮਿਲ ਲੈ ਜਿਹੜੇ ਹਾਈ ਕੋਰਟ 'ਚ ਜਾਂਦੇ ਨੇ। ਮਾਮਲਾ ਹਾਈ ਕੋਰਟ ਦਾ, ਹਾਈ ਕੋਰਟ ਦੇ ਇੱਕ ਪ੍ਰੋਫੈਸਰ ਗਿਆ, ਇਹ ਉਲਟਾ ਆਪਣਾ ਜਿਹੜਾ ਭਾਰ ਹੈ ਉਹ ਚੱਕ ਲੈਣ। ਇੱਦਾਂ ਦੀ ਨੌਬਤ ਹੀ ਕਿਉਂ ਆਏ? ਕੇਂਦਰ ਨੂੰ ਕੀ ਪਈ ਹੋਏ ਮੈਨੂੰ ਦੱਸੋ ਜੀ, ਅਸੀਂ ਕੀ ਕੱਢ ਲੈਣਾ ਉਹਦੇ 'ਚੋਂ? ਇਸ ਕਰਕੇ ਮੈਂ ਬੜੀ ਸਥਿਤੀ ਸਾਫ਼ ਕੀਤੀ ਹੈ। ਕੇਂਦਰ ਦੀ ਸਥਿਤੀ ਇਹ ਹੈ, ਉਹਦੇ ਮਨ 'ਚ ਵਿਚਾਰਧੀਨ ਵੀ ਮਾਮਲਾ ਨਹੀਂ ਹੈ। ਸ਼ਰਮਾ ਜੀ ਅੱਜ ਬਠਿੰਡਾ ਕਰ ਰਹੀ ਹੈ, ਡਰ ਦਾ ਵਾਤਾਵਰਣ ਪੈਦਾ ਕਰ ਰਹੀ ਹੈ ਔਰ ਇਹ ਵਿਕਾਸ ਦੀਆਂ ਗੱਲਾਂ ਕਰ ਰਹੇ ਨੇ। ਜਦੋਂ ਕੋਈ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਹੋਏਗਾ ਤੇ ਉਦੋਂ ਨਾ ਹੀ ਕੋਈ ਵਿਕਾਸ ਹੋ ਸਕਦਾ, ਨਾ ਹੀ ਕੋਈ ਇੰਡਸਟਰੀ ਇੱਥੇ ਆਏਗੀ। ਕੋਈ ਬੰਦਾ ਐਸੀ ਜਗ੍ਹਾ ਤੇ ਇਨਵੈਸਟਮੈਂਟ ਨਹੀਂ ਕਰੇਗਾ ਜਿੱਥੇ ਉਹਨੂੰ ਉਹਦੇ ਜਾਨ ਮਾਲ ਦੀ ਰਾਖੀ ਨਹੀਂ ਹੈ। ਜੇਲ੍ਹ ਦੇ ਅੰਦਰ ਕੁੱਟਮਾਰ ਤਾਂ ਮੈਨੂੰ ਲੱਗਦਾ ਮੁੱਖ ਮੰਤਰੀ ਜੀ ਨੂੰ ਸਦਨ ਦੇ ਉੱਤੇ ਪਟਲ ਤੇ ਜਵਾਬ ਦੇਣਾ ਚਾਹੀਦਾ, ਜਵਾਬ ਦੇਣਾ ਚਾਹੀਦਾ। ਅਗਰ ਜੇਲ੍ਹ ਦੇ ਅੰਦਰ ਇਹਨਾਂ ਦੇ ਮੁਲਾਜ਼ਮ ਜਿਹੜੇ ਹੈ ਉਹ ਸੁਰੱਖਿਅਤ ਨਹੀਂ ਹੈ ਤੇ ਫਿਰ ਬਾਹਰ ਆਮ ਆਦਮੀ ਕਿੱਦਾਂ ਸੁਰੱਖਿਅਤ ਹੋਏਗਾ? ਸੀਐਮ ਵੀ ਡਰਿਆ ਘੁੰਮ ਰਿਹਾ, ਉਹ ਵੀ ਕਹੀ ਜਾਂਦਾ ਮੈਂ ਵੀ ਸੁਰੱਖਿਅਤ ਨਹੀਂ ਹਾਂ। ਹੁਣ ਕਰੇ ਕੀ ਬੰਦਾ, ਮੈਨੂੰ ਦੱਸੋ। ਸ਼ਰਮਾ ਜੀ ਸੀਐਮ ਨੇ ਇੱਕ ਕਲੈਰੀਫਿਕੇਸ਼ਨ ਦਿੱਤੀ ਜਿਹੜੀ ਸੰਗਰੂਰ ਕਿਹਾ ਪੜਾ ਦੋ ਮੇਰੇ ਕੋਲ, ਮੈਂ ਪੜ ਲੈਂਦੀ ਹਾਂ। ਮੈਡਮ ਅਗਨੀਪਥ ਸਕੀਮ ਨੂੰ ਲੈ ਕੇ ਕਾਂਗਰਸ ਕਹਿ ਰਹੀ ਹੈ ਕਿ ਮਤਾ ਲਿਆਂਦਾ ਜਾਵੇ, ਪਰ ਮਨੀਸ਼ ਤਿਵਾੜੀ ਹੋਰਾਂ ਨੇ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ, ਇੰਟਰਵਿਊ ਦੇ ਵਿੱਚ ਉਹਨਾਂ ਨੇ ਸਮਰਥਨ ਕਰਦੇ ਹੋਏ ਨਜ਼ਰ ਆਏ ਨੇ। ਹੁਣ ਕਾਂਗਰਸ ਬਨਾਮ ਮਨੀਸ਼ ਤਿਵਾੜੀ ਹੁੰਦਾ ਹੋਇਆ ਨਜ਼ਰ ਆ ਰਿਹਾ, ਕਿਸ ਤਰ੍ਹਾਂ ਵੇਖਦੇ ਆਉਣ? ਦੇਖੋ ਕਾਂਗਰਸ ਦੇ ਤਾਂ ਇੰਨੇ ਟੁਕੜੇ ਹੋ ਚੁੱਕੇ ਨੇ, ਇੱਕ ਮਤ ਹੈ ਹੀ ਨਹੀਂ। ਕਾਂਗਰਸ ਵੈਸੇ ਵੀ ਖਤਮ ਹੀ ਹੋਈ ਜਾ ਰਹੀ ਹੈ। ਤਾਂ ਜਿਹੜੀ ਕਾਂਗਰਸ ਨੇ ਕਿਹਾ ਸੀ ਕਿ ਮਤਾ ਲੈ ਕੇ ਆਉਣਾ ਚਾਹੀਦਾ, ਉਹ ਬਿਲਕੁਲ ਸਹੀ ਹੈ, ਕਿਉਂਕਿ ਜਿਹੜਾ ਸਾਡੇ ਬੱਚਿਆਂ ਲਈ, ਸਾਡੇ ਯੁਵਾ ਲਈ ਅਗਨੀਪਥ ਜਿਹੜੀ ਸਕੀਮ ਹੈ ਉਹ ਸਹੀ ਨਹੀਂ ਹੈ। ਸਾਡੇ ਬੱਚੇ ਜਿਸ ਏਜ ਆਪਦੇ ਅੱਗੇ ਵਧਣ ਨੂੰ ਸੋਚਣਦੇ ਹੈ, ਉਸ ਏਜ 'ਚ ਤਾਂ ਉਹਨਾਂ ਨੂੰ ਰਿਟਾਇਰ ਕਰ ਦਿੱਤਾ ਜਾਊਗਾ। ਪਿੱਛੇ ਜੇ ਬੀਜੇਪੀ ਦੇ ਅਸ਼ਵਨੀ ਸ਼ਰਮਾ ਜੀ ਨੇ ਵੀ ਕਿਹਾ ਸੀ ਕਿ ਤੁਸੀਂ ਇਹ ਸੋਚੋ ਵੀ 21 ਸਾਲ ਦੀ ਉਮਰ ਦੇ ਬੱਚਿਆਂ ਦੇ ਹੱਥ 40-40 ਲੱਖ ਰੁਪਇਆ ਆ ਜੂ। ਅਸੀਂ 40 ਲੱਖ ਕੀ ਕਰਨਾ ਜਦੋਂ ਸਾਡੇ ਬੱਚੇ ਦੀ ਸਾਰਾ ਫਿਊਚਰ ਅੱਗੇ ਤਾਂ ਖਤਮ ਹੈ। ਜਿੱਥੇ ਉਹਨਾਂ ਦੀ ਏਜ ਵਿਆਹ ਕਰਾਉਣ ਦੀ ਹੈ, ਇਹਨਾਂ ਦੀ ਅੱਛਾਈਆਂ ਅੱਗੇ ਵਧਣ ਦੀ ਏਜ ਹੈ, ਉਹਨਾਂ 'ਚ ਤਾਂ ਉਹਨਾਂ ਤੇ ਰਿਟਾਇਰਮੈਂਟ ਲੱਗ ਜੂਗੀ। ਪਰ ਨਾਲ ਦੇ ਅਸ਼ਵਨੀ ਸ਼ਰਮਾ ਜੀ ਇਹ ਵੀ ਕਹਿ ਰਹੇ, ਕਹਿੰਦੇ ਜੀ 12ਵੇਂ ਜਿਹੜਾ ਕਿ 21 ਸਾਲ ਤੱਕ ਕਹਿੰਦੇ ਉਹ ਕੋਈ ਮੁੰਡੇ ਦਾ ਨਾਮ ਦੱਸ ਦਿਓ ਜਿਹੜਾ 40 ਲੱਖ ਰੁਪਇਆ ਕਮਾ ਕੇ ਲਿਆ ਦੇ, ਕਹਿੰਦੇ ਉਹ 40 ਲੱਖ ਲੈ ਕੇ ਵੀ ਆਊਗਾ ਨਾਲ। ਦੇਖੋ ਹਰ ਚੀਜ਼ 40 ਲੱਖ ਨਹੀਂ ਹੁੰਦੀ। ਬੱਚੇ ਦਾ ਅੱਗੇ ਕੈਰੀਅਰ ਹੈ, ਬੱਚੇ ਦਾ ਅੱਗੇ ਫਿਊਚਰ ਹੈ, ਤੇ ਉੱਥੇ 40 ਲੱਖ 'ਚ ਹੀ ਖਤਮ ਹੋ ਜਾਊਗਾ। ਸਾਡੇ ਬੱਚਿਆਂ ਨੂੰ ਪੈਸਾ ਨਹੀਂ ਚਾਹੀਦਾ, ਉਹਨਾਂ ਨੂੰ ਆਪਦਾ ਅੱਗੇ ਫਿਊਚਰ ਸੇਵ ਚਾਹੀਦਾ ਹੈ। ਇਹ ਨਹੀਂ ਕਿ ਜਵਾਨੀ ਦੀ ਏਜ 'ਚ ਹੀ ਉਹਨਾਂ ਤੇ ਰਿਟਾਇਰਮੈਂਟ ਲੱਗ ਜੇ। ਦੇਖੋ ਮੈਂ ਸਮਝਦਾ ਕਿ ਜਿਹੋ ਜੀ ਇਮਾਨਦਾਰ ਸਰਕਾਰ ਅੱਜ ਤੋਂ 3 ਮਹੀਨੇ ਪਹਿਲਾਂ ਪੰਜਾਬ ਦੇ ਲੋਕਾਂ ਨੇ ਚੁਣੀ ਹੈ, ਹੁਣ ਆਉਣ ਵਾਲਾ ਸਮਾਂ ਸਾਰਾ ਪੰਜਾਬ ਹੀ ਮੁਸਕਰਾਏਗਾ, ਹੱਸੇਗਾ, ਖੁਸ਼ੀਆਂ ਮਨਾਏਗਾ, ਕਿਉਂਕਿ ਉਹਨਾਂ ਦੀ ਕਾਰਨ ਇੱਕੋ ਹੀ ਹੈ ਜੀ। ਕਿਉਂਕਿ ਸਰਕਾਰਾਂ ਨੇ ਜਿਹੜੀਆਂ ਉਹ ਜਿਵੇਂ ਕਿਹਾ ਜਾਂਦਾ ਨਾ ਆਪਣੇ ਪਿੰਡਾਂ 'ਚ ਕਹਿੰਦੇ ਨੇ ਕਿ ਉੱਪਰ ਰੱਬ ਤੇ ਨੀਚੇ ਸਰਕਾਰ ਆ। ਹੁਣ ਤੱਕ ਦੀਆਂ ਸਰਕਾਰਾਂ ਨੇ ਜਿਹੜੀਆਂ ਉਹ ਲੋਕਾਂ ਨੂੰ ਲੁੱਟਦੀਆਂ ਰਹੀਆਂ, ਕੁੱਟਦੀਆਂ ਰਹੀਆਂ, ਤੇ ਹੁਣ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ। ਲੋਕਾਂ ਦੇ ਇਕੱਲੇ ਮਸਲੇ ਨੇ ਜਿਹੜੇ ਉਹ ਸਮੇਂ ਆਉਣ ਦੇ ਉੱਪਰ ਉਹ ਹੱਲ ਕੀਤੇ ਜਾਣਗੇ, ਤੇ ਜਦੋਂ ਲੋਕਾਂ ਦੀ ਦੇ ਘਰਾਂ ਦੇ ਵਿੱਚ ਖੁਸ਼ਹਾਲੀ ਆਊਗੀ, ਉਹਨਾਂ ਦੇ ਦੁੱਖ ਦਰਦ ਦੂਰ ਹੋਣਗੇ ਤੇ ਆਪੇ ਮੁਸਕਰਾਹਟ ਉਹਨਾਂ ਦੇ ਚਿਹਰੇ ਤੇ ਆ ਜਾਣਗੀਆਂ। ਦੇਖੋ ਇਸ ਤਰ੍ਹਾਂ ਸਵਾਲ ਬਹੁਤ ਹੋ ਗਿਆ, ਮੈਂ ਦੁਬਾਰਾ ਦੇ ਦੇਣਾ। ਸਾਡੇ ਇਲੈਕਸ਼ਨ ਤੋਂ ਪਹਿਲਾਂ 5 ਗਰੰਟੀਆਂ ਸੀਗੀਆਂ
ਇੱਕ ਹੈਲਥ ਔਰ ਐਜੂਕੇਸ਼ਨ ਸਿਸਟਮ ਬਿਹਤਰੀਨ ਬਣਾਇਆ ਜਾਏਗਾ। ਦੂਸਰਾ 300 ਯੂਨਿਟ ਪਾਵਰ ਹਰ ਮਹੀਨੇ ਹਰ ਘਰ ਨੂੰ ਦਿੱਤੀ ਜਾਏਗੀ। ਔਰ ਇੱਕ ਜਿਹੜਾ ਸ਼ਹੀਦ ਕਿਸਾਨ ਹੋ ਜਾਂਦੇ ਜਿਹੜੇ ਜਵਾਨ ਹੋ ਜਾਂਦੇ ਨੇ ਉਹਨਾਂ ਨੂੰ 1 ਕਰੋੜ ਰੁਪਇਆ, ਔਰ ਪੰਜਵਾਂ ਸੀਗਾ 1000 ਰੁਪਏ। 5 ਦੇ ਵਿੱਚੋਂ 4 ਗਾਰੰਟੀ ਜਿਹੜੀਆਂ ਉਹ 100 ਦਿਨਾਂ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਪੂਰਾ ਕਰ ਚੁੱਕੀ ਹੈ। ਕਰਜ਼ੇ ਦੀ ਪੰਡ ਏਡੀ ਕੁ ਵੱਡੀ ਛੱਡ ਕੇ ਗਈਆਂ ਨੇ ਪਿਛਲੀਆਂ ਸਰਕਾਰਾਂ ਕਿ ਅੱਜ ਸਾਰੇ ਮੁਲਕ ਨਾਲੋਂ ਸਾਰੀਆਂ ਸਟੇਟਾਂ ਦੇ ਕੰਪੈਰੀਜ਼ਨ ਦੇ ਵਿੱਚ ਸਭ ਤੋਂ ਵੱਧ ਕਰਜ਼ਈ ਸਟੇਟ ਪੰਜਾਬ ਹੈ, ਔਰ ਸਭ ਤੋਂ ਘੱਟ ਪਰ ਕੈਪੀਟਾ ਇਨਕਮ ਹੈ ਜਿਹੜੀ ਉਹ ਪੰਜਾਬ ਦੀ ਹੈ। ਸੋ ਜਿਵੇਂ ਜਿਵੇਂ ਹਾਲਾਤ ਸੁਧਰਨਗੇ, ਜਿਹੜੇ ਕਿ ਸੁਧਰਨੇ ਸ਼ੁਰੂ ਹੋ ਚੁੱਕੇ ਨੇ, ਜਦੋਂ ਹੀ ਫਾਈਨੈਂਸਿਸ ਦੀ ਪੋਜੀਸ਼ਨ ਠੀਕ ਹੋਏਗੀ, ਨਾਲ ਦੀ ਨਾਲ ਮਾਨ ਸਾਹਿਬ ਦੀ ਸਰਕਾਰ 1000 ਰੁਪਇਆ ਸਾਡੀਆਂ ਮਾਵਾਂ ਭੈਣਾਂ ਨੂੰ ਦੇਣ ਦੇ ਲਈ ਵੀ ਕਮਿਟਡ ਹੈ। ਅੰਸਾਰੀ ਦੀ ਵਾਈਫ ਉਹਨਾਂ ਦੇ ਨਾਲ ਰਹਿੰਦੀ ਸੀ ਤੇ 55 ਲੱਖ ਖਰਚਾ ਪੈ ਗਿਆ ਜੀ। ਦੇਖੋ ਇਸ ਤਰ੍ਹਾਂ ਹੈ ਕਿ ਇਹਦੇ ਬਾਰੇ ਜਦੋਂ ਇੱਕ ਕੰਸਰਨਡ ਮਿਨਿਸਟਰ ਔਨ ਦਾ ਫਲੋਰ ਆਫ ਦਾ ਹਾਊਸ ਕੁਝ ਕਹਿੰਦੇ ਨੇ ਤੇ ਉਹ ਕੁਝ ਤੱਥਾਂ ਦੇ ਆਧਾਰ ਦੇ ਉੱਪਰ ਹੀ ਕਹਿੰਦੇ ਹੋਣਗੇ। ਹੁਣ ਇਹਦੇ ਬਾਰੇ ਮੈਂ ਸਹੀ ਬੰਦਾ ਨਹੀਂ ਆ ਇਹ ਜਵਾਬ ਦੇਣ ਦੇ ਲਈ, ਸੋ ਬੈਟਰ ਹੈ ਉਹ ਦੱਸਣ। ਪਰ ਮੈਂ ਇਹ ਗੱਲ ਮੰਨ ਕੇ ਚੱਲਦਾ ਕਿ ਕੋਈ ਵੀ ਜਦੋਂ ਜਵਾਬ ਦਿੱਤਾ ਜਾਂਦਾ ਹੈ ਤੇ ਬੜੇ ਫੈਕਟਸ ਦੇ ਉੱਪਰ ਦਿੱਤਾ ਜਾਂਦਾ ਹੈ ਹਾਊਸ ਦੇ ਵਿੱਚ। ਬਿਲਕੁਲ ਪਿੱਛੇ ਦੇ ਨਾਲ ਰਹਿੰਦਾ ਸੀ। ਮੇਰੀ ਗੱਲ ਸੁਣ, ਮੈਂ ਤੇ ਕੱਲ ਵੀ ਪਹਿਲਾਂ ਨਿਕਲਿਆ ਸੀ, ਇਹਨਾਂ ਨੂੰ ਪਤਾ, ਮੈਂ ਆ ਜਾਓ ਹੁਣੇ ਤੁਹਾਨੂੰ ਜਵਾਬ ਦੇ। ਇਨਸਾਰੀ ਦੇ ਮਸਲੇ ਦੇ ਉੱਤੇ ਜਿਹੜੀ ਮਰਜ਼ੀ ਗਵਰਨਮੈਂਟ ਇਨਕੁਆਇਰੀ ਕਰੇ। ਮੈਂ ਇਹਦੇ ਆਉਂਦੇ ਰਹੇ ਨੇ, ਮੈਂ ਪਹਿਲਾਂ ਵੀ ਆਪਣੇ ਸਟੈਂਡ ਤੇ ਖੜਾ, ਅੱਜ ਵੀ ਮੈਂ ਉਸੇ ਸਟੈਂਡ ਤੇ ਖੜਾ। सर जरा वो कल बयान दिता गया उसको कैसे देखते हैं, वो जो वाइफ भी है? नहीं मेरी गल सुनो, हाई कोर्ट ਜਾਂ ਜਿਹੜੀ ਇੱਕ ਤੁਹਾਨੂੰ ਮੈਂ ਕਲੀਅਰ ਕਰ ਦੇਣੀ ਚਾਹੁੰਦਾ ਕਿ ਜੇਲ੍ਹ ਡਿਪਾਰਟਮੈਂਟ ਕਸਟੋਡੀਅਨ ਹੁੰਦਾ। ਅਸੀਂ ਕਿਸੇ ਤੇ ਕੇਸ ਰਜਿਸਟਰ ਕਰਕੇ ਸਿੱਧਾ ਅੰਦਰ ਨਹੀਂ ਦੇ ਸਕਦੇ ਤੇ ਕਿਸੇ ਨੂੰ ਜੇਲ੍ਹ ਤੋਂ ਬਾਹਰ ਨਹੀਂ ਕਰ ਸਕਦੇ। ਕੋਰਟ ਭੇਜਦੀ ਆ ਤੇ ਕੋਰਟ ਹੀ ਰਿਲੀਜ਼ ਕਰਦੀ ਆ, ਜਿਹੜਾ ਸਾਡੇ ਕੋਲ ਆਰਡਰ ਆਉਂਦਾ ਉਹ ਕਰਦੀ। ਮੇਰੀ ਗੱਲ ਉਹ ਤੇ ਕੋਈ ਪ੍ਰੂਫ ਕਰਨਗੇ ਨਾ, ਪ੍ਰੂਫ ਕਰਨਗੇ। ਕਦੀ ਇੰਨੀ ਵੀ ਜੰਗਲ ਰਾਜ ਹੋ ਸਕਦਾ? ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਪਰ ਸਦਨ ਦੇ ਉੱਤੇ ਤੇ ਸਦਨ ਦੇ ਵਿੱਚ ਜੇ ਉੱਤੇ ਸਦਨ ਵਿੱਚ ਆਪੇ ਕਰਨਗੇ। ਅੱਗੋਂ ਹੀ ਕਿਹਾ ਕਿ ਲਿਆ ਪ੍ਰੂਫ ਲਿਆ। ਅੱਜ ਵੀ ਬਠਿੰਡਾ ਜੇਲ੍ਹ 'ਚ ਵੀ ਅੱਜ ਯਾਰ ਆਪੇ ਹੀ ਤੁਸੀਂ ਮੇਰੀਆਂ ਗੱਲਾਂ ਦੀ ਜਿਹੜੇ ਮੈਂ ਉਹਨੂੰ ਪੁੱਛੋ, ਮੰਤਰੀ ਨੂੰ ਪੁੱਛੋ ਕਿ ਅੱਜ ਵੀ ਗੈਂਗਸਟਰਾਂ ਨੇ ਉੱਥੇ ਜਿਹੜਾ ਹਮਲਾ ਕਰ ਦਿੱਤਾ। ਹਾਲਾਤ ਕਿੱਦਾਂ ਦੇ ਨੇ? ਹਾਲਾਤ ਕਿੱਦਾਂ ਦੇਖ ਲਿਓ ਕਿ ਜੇਲ੍ਹ ਦੇ ਅੰਦਰ ਮੁਲਾਜ਼ਮਾਂ ਤੇ ਹਮਲਾ ਹੋ ਜਾਣਾ? ਹਾਲਾਤ ਕਿੱਦਾਂ ਦੇ? ਤੁਸੀਂ ਮੈਂ 4 ਸਾਲ ਰਿਹਾ, ਕਦੀ ਹੋਣ ਦਿੱਤਾ ਸੀ ਹਮਲਾ ਗੈਂਗਸਟਰਾਂ ਕੋਲੋਂ? ਗੈਂਗਸਟਰ ਮੇਰੇ ਅਗੇਂਸਟ ਕੇਸ ਪਾਉਂਦੇ ਰਹੇ ਨੇ ਹਾਈ ਕੋਰਟ ਦੇ ਵਿੱਚ, ਤੇ ਅਲਟੀਮੇਟਲੀ ਹਾਈ ਕੋਰਟ ਨੂੰ ਕਹਿਣਾ ਪਿਆ ਕਿ ਇਹ ਜਿਹੜਾ ਮਿਨਿਸਟਰ ਦਾ ਮੀਡੀਆ ਟ੍ਰਾਇਲ ਹੋ ਰਿਹਾ। ਤਾਂ ਇਸ ਕਰਕੇ ਜਿਹੜੀਆਂ ਚੀਜ਼ਾਂ ਨੇ ਮੈਂ ਤੇ ਜੁੱਤੀ ਨਾ ਰੱਖੇ ਸੀਗੇ। ਤੇ ਇਹ ਜਿਹੜਾ ਲਾਰੈਂਸ ਬਿਸ਼ਨੋਈ ਆ, ਇਹਦੀ ਵੀ FIR ਹੋਣੀ ਚਾਹੀਦੀ ਹੈ, ਗਵਰਨਮੈਂਟ ਆਫ ਇੰਡੀਆ ਨੂੰ ਕਰਨੀ ਚਾਹੀਦੀ ਹੈ। ਫਿਰ ਇਹਦਾ ਮਤਲਬ ਕਿ ਅੰਦਰ ਜੇਲ੍ਹ ਦੇ ਬੈਠ ਕੇ ਕਿੰਨੇ ਬੰਦੇ ਹੁਣ ਤੱਕ ਦਿੱਲੀ ਪੁਲਿਸ ਨੇ ਫੜ ਲਏ ਨੇ। ਔਰ ਜਿਹੜਾ ਇੱਥੇ ਤੁਸੀਂ ਵੀ, ਮੈਂ ਤੁਹਾਨੂੰ ਇੱਕ ਰਿਕੁਐਸਟ ਕਰੂੰਗਾ ਕਿ ਯਾਰ ਇਹੋ ਜਿਹੇ ਗੁੰਡੇ ਨੂੰ ਪਿੱਛੇ ਭੱਜ ਕੇ ਉਹਦੀਆਂ ਫੋਟੋਆਂ ਨਾ ਵਿਖਾਓ। ਥੋੜ੍ਹੀ ਜਿਹੀ ਆਪਣੀ ਜ਼ਿੰਮੇਵਾਰੀ ਵੀ ਸਮਝੋ। ਕਿਰਪਾ ਕਰਕੇ ਪੰਜਾਬ ਦੇ ਯੂਥ ਨੂੰ ਬਚਾਓ। ਤੁਹਾਨੂੰ ਤੇ ਇੰਨਾ ਸਾਹ ਚੜ੍ਹਿਆ ਹੁੰਦਾ ਕਿਸੇ ਨੂੰ ਅਟੈਕ ਹੀ ਨਾ ਹੋ ਜੇ ਜਿੰਨੇ ਤੁਸੀਂ ਦੌੜਦੇ ਹੋ ਮਗਰ। ਇਹ ਕਿਰਪਾ ਕਰਕੇ ਨਾ ਮੇਰੀ ਗੱਲ ਦਾ ਪਹਿਲਾਂ ਜਵਾਬ ਦੇ ਦਿਓ ਨਾ। ਇਹ ਚੀਜ਼ਾਂ ਨੂੰ ਤੁਸੀਂ ਜਿਹੜੇ ਗੁੰਡਾ ਅਨਸਰ ਨੂੰ ਗਲੋਰੀਫਾਈ ਕਰਦੇ ਹੋ, ਪ੍ਰੈਸ ਵਾਲਿਓ, ਖਾਸ ਕਰਕੇ ਇਲੈਕਟ੍ਰੋਨਿਕ ਮੀਡੀਆ ਵਾਲਿਓ, ਤੁਸੀਂ ਬਹੁਤ ਨੁਕਸਾਨ ਪੰਜਾਬ ਦੇ ਯੂਥ ਦਾ ਕਰ ਰਹੇ ਹੋ। ਨਾ ਗਲੋਰੀਫਾਈ ਇਹਨਾਂ ਨੂੰ ਗੁੰਡਿਆਂ ਨੂੰ ਕਰੋ। ਇਸ ਤਰੀਕੇ ਦੇ ਨਾਲ ਯੂਪੀ ਦੇ ਵਿੱਚ ਗੱਡੀਆਂ ਪਲਟ ਜਾਂਦੀਆਂ ਨੇ ਤੇ ਇਹ ਤਾਂ ਨਹੀਂ ਕਿ ਤੁਸੀਂ ਇਹ ਬਚਾਉਣ ਜਾਂਦੇ ਹੋ? ਨਹੀਂ, ਤੁਸੀਂ ਇਸ ਚੀਜ਼ ਨੂੰ ਬਚਾਉਣ ਜਾਂਦੇ ਹੋ। ਪਰ ਕੀ ਜਸਟੀਫਾਈ ਹੈ? ਨਹੀਂ, ਪਰ ਇਹਦਾ ਮਤਲਬ ਤੁਸੀਂ ਇਹ ਗੱਡੀ, ਇਹਦਾ ਮਤਲਬ ਤੁਸੀਂ ਇਹਨਾਂ, ਮੇਰੀ ਗੱਲ ਸੁਣ ਲਓ, ਜਿਹੜੀਆਂ ਬੁਲਟ ਪ੍ਰੂਫ ਗੱਡੀਆਂ ਲੈ ਕੇ ਜਾਂਦੇ, ਗੱਡੀਆਂ ਨਹੀਂ ਪਲਟਦੀਆਂ ਹੁੰਦੀਆਂ, ਇਹ ਤੁਹਾਡੀ ਗਲਤ ਫਹਿਮੀ ਹੈ, ਠੀਕ ਹੈ? ਨਹੀਂ ਤੇ ਨਾ ਕਰੋ ਇੱਦਾਂ, ਨਾ ਬੱਚਿਆਂ ਨੂੰ ਅਟਰੈਕਟ ਕਰੋ ਇਹਨਾਂ ਚੀਜ਼ਾਂ ਵੱਲ। ਮੈਨੂੰ ਸਵਾਲ ਹੀ ਕਿਹਨੇ ਕੀਤਾ? ਬਿਲਕੁਲ ਜੇਲ੍ਹ ਮੰਤਰੀ ਦਾ ਨਾ ਇੱਕ ਵਾਰੀ ਨੂੰ ਰਿਕਾਰਡ ਕਢਾ ਕੇ ਫਿਰ ਮੇਰੇ ਨਾਲ ਗੱਲ ਕਰੋ। ਜਿਹੜੀ ਕਾਰਜਕਾਲ ਦਾ ਜ਼ਿਕਰ ਕੀਤਾ ਮੇਰੇ ਕਾਰਜਕਾਲ ਦਾ ਵੇਖੋ, ਮੈਂ ਤੈਨੂੰ ਯਾਰ ਜੇ ਮੈਂ ਹੁਣ ਤੇ ਜਵਾਬ ਦੇ ਕੇ ਆਇਆ, ਤੂੰ ਫਿਰ ਦੁਬਾਰਾ ਜਵਾਬ ਲੈ। ਤੁਸੀਂ ਤੇ ਚਲੋ ਪਿੱਛੇ ਇਹਨਾਂ ਨੂੰ ਦੇ ਦੇਣਾ। ਅਜੇ ਮੈਂ ਹੁਣੇ ਤੁਹਾਨੂੰ ਸਾਰਿਆਂ ਨੂੰ ਜਵਾਬ ਦੇ ਕੇ ਆਇਆ, ਫਿਰ ਦੁਬਾਰਾ ਕਰਨ ਦਾ ਮਤਲਬ ਹੀ ਨਹੀਂ ਬਣਦਾ। 55 ਲੱਖ ਦਾ ਵੀ ਜ਼ਿਕਰ ਹੋਇਆ। 55 ਲੱਖ ਦਾ ਸੁਖਜਿੰਦਰ ਸਿੰਘ ਰੰਧਾਵੇ ਨੇ ਨਾ ਸਾਈਨ ਕੀਤੇ ਨੇ ਤੇ ਨਾ ਹੀ ਮੇਰੇ ਪ੍ਰੀਵਿਊ 'ਚ ਆਉਂਦਾ। ਇਹਨੂੰ ਹੋਮ ਡਿਪਾਰਟਮੈਂਟ ਨੇ ਕੇਸ ਲੜਨਾ ਹੁੰਦਾ, ਨਾ ਕਿ ਜੇਲ੍ਹ ਡਿਪਾਰਟਮੈਂਟ ਨੇ ਲੜਨਾ।
ਗਿਆਸਪੁਰਾ ਸਾਹਿਬ ਸਾਡੇ ਨਾਲ ਨੇ। ਗਿਆਸਪੁਰਾ ਸਾਹਿਬ, ਸਵਾਲ ਬੜੇ ਲੱਗੇ ਨੇ ਤੁਹਾਡੇ, ਉਸ ਤੋਂ ਬਾਅਦ ਚਰਚਾ ਲਗਾਤਾਰ ਹੋ ਰਹੀ ਹੈ, ਕਿਵੇਂ ਦੇਖਦੇ ਹੋ? ਲਾਈਵ ਦੇਖ ਰਹੇ ਨੇ, ਸਵਾਦ ਆ ਰਿਹਾ ਹੈ। हाला शॉर्ट कर कहना चाहेंगे बहुत जरूरी है जो ये आज दोबारा से बहस होगी और अपोजिशन यही कह रही है कि बजट ठीक नहीं है, बजट में बड़ी कमी है और जो वादे किए थे 1000 बाकी। देखो, ओपोजिशन को कुछ कहना है, आज तक ऐसा बजट आया नहीं और जितनी तारीफ पब्लिक ने इस बजट की है, आप पब्लिक के बीच में जाइए, पब्लिक के व्यू लीजिए। इनके ऑपोजिशन वालों को तो हालात ये हैं पे मुझे कुछ कहना है, बस मैं ये बात कहूँगा। इनके पास कुछ भी नहीं है और कहने के लिए। नहीं, अगर इंसारी वाला मसला उन्होंने चक्या तो करांगे ਤੁਹਾਡੇ ਸਾਹਮਣੇ ਹੀ ਹੈ, डेफिनेटली होएगा। उसका कुछ है सबूत, वो ये कह रहे हैं कि सबूत तो कहना बिना सबूत तो गल कर रहे, बेबुनियाद गल बड़ी है कि उसकी वाइफ अंदर है, ऐसा कभी नहीं, वो मिनिस्टर साहब ने कहा, उन्होंने कहा कोई ना कोई डेफिनेटली उनके पास कोई ना कोई उसको इन्फॉर्मेशन थी, इन्फॉर्मेशन के आधार पे भी बात की जाती है, कोई नई बात तो है नहीं। कल उन्होंने इतने अच्छे उन्होंने डिटेल्स दी इनको सबको, हर एक बात की, कैसे रहे, 2.5 साल रहे और क्या चाहिए इनको, क्योंकि इनको अपना फिक्र है इन्होंने क्या किया हुआ है, इसलिए घबरा रहे हैं और कोई बात नहीं। ओए रंधावा जी, मैं अब क्या कहूँ, ये गैंगस्टर कैसे पले हैं, किद्दां पले है, किद्दां किने इन्हां को फायदा ले है, किने हित साधे है, ये तुहानूं पता सारिਆਂ ਨੂੰ। अगर मैं दसो, एक मिनट ठहर जाओ, गैंगस्टरां को 1000 मोबाइल कढ़ाया कि नहीं सरकार ने? STF बनाई, एंटी गैंगस्टर टास्क फोर्स बनाई, किने बनाई? आंदे सरकार ने बनाई। जुत्ती ना गैंगस्टर रखते थे, कभी इदां होया? ਇਹਦਾ ਮਤਲਬ ਇੱਕ ਜਿਹੜਾ ਮਿਨਿਸਟਰ ਦਾ ਜਿਹੜਾ ਲਹਿਜ਼ਾ ਹੈ, ਕੀ ਗੱਲ ਕਰਨੀ ਚਾਹੁੰਦੇ ਹੋ? ਇਹ ਦੱਸਣ ਵੀ ਉਹਨਾਂ ਨੂੰ ਪਾਲਿਆ ਕਿਹਨੇ? ਜੱਪਾ ਜੀ, ਅੱਜ ਸੁਖਜਿੰਦਰ ਰੰਧਾਵਾ ਸਾਫ਼ ਤੌਰ ਤੇ रस्ते पार नहीं वो कोई नहीं, चलो ਹਾਂਜੀ ਦੋਨੇ ਸਰ ਬਹੁਤ ਮਾੜੀ ਗੱਲ ਹੈ, ਇਹਦਾ ਹੋਣਾ ਨਹੀਂ ਚਾਹੀਦਾ और अगर ऐसा है तो जरूर जेल मंत्री से कम गैंगस्टर को लेके क्या कहेंगे सर? आज जेल में भी घटनाएं आज हुई है बठिंडा में। जो लोग खुद गिरे हुए हैं वो आम आदमी पार्टी की सरकार को क्या गिरेंगे? हमें तो आए अभी 3 महीने हुए हैं, सो इन 3 महीनों के अंदर जो भी कच्चा चट्ठा पिछले समय में हुआ है वो लोगों के सामने रखना, लोगों को सच पता चले, तो जो हम लोग रख रहे हैं। गैंगस्टर पिछली सरकारों की प्रोडक्शन है, उन्हीं के राज्य में जे लोग प्रफुल्लित हुए हैं, बड़े बले हैं, तो हमारे लिए तो जे कांटे, हम तो कांटे चुगने के लिए लगे हुए हैं, तो हमें क्या गिरेंगे वो लोग जिनके घर खुद शीशे के हैं, वो दूसरों पे पत्थर नहीं मारा करते। आपके डिपार्टमेंट से एक बात है सर कि आपने कनक के साथ साथ वो आटा भी देने की कह रहे, तो ऑपोजिशन कह रही है कि उससे बजट बढ़ेगा, बर्डन और बढ़ेगा सरकार। ਕੋਈ ਬਾਤ ਨਹੀਂ, ਲੋਕਾਂ ਨੂੰ ਕੋਈ ਫੈਸਿਲਿਟੀ ਦਿੰਦੇ ਆ, ਲਾਭ ਦਿੰਦੇ ਆ, ਬਜਟ ਵਧਣ, ਤੇ ਇਹ ਤਾਂ ਸਰਕਾਰਾਂ ਦੀ ਡਿਊਟੀ ਆ। ਪਰ ਰਾਜਾ ਵੜਿੰਗ ਕਹਿ ਰਹੇ ਨੇ ਜੀ ਖਰਾਬ ਹੋ ਜੂ ਆਟਾ, ਕਹਿੰਦੇ ਇਸ ਤਾਂ ਹੇਰਾਫੇਰੀ ਹੋਣੀ ਹੈ, ਸੁਸਰੀ ਪੈ ਜਾਂਦੀ ਹੈ ਕਹਿੰਦੇ ਜਦ ਆਟਾ ਪਾਉਂਦੇ। ਦੇਖੋ, ਆਪਾਂ ਪਰਿਵਾਰਾਂ 'ਚੋਂ ਆਏ ਆ, ਪਰਿਵਾਰ ਚਲਾਉਂਦੇ ਆ, ਸਾਨੂੰ ਪਤਾ ਆ 20-25 ਦਿਨ 'ਚ ਮਹੀਨੇ 'ਚ ਕੋਈ ਆਟਾ ਖਰਾਬ ਨਹੀਂ ਹੁੰਦਾ। ਇਸ ਕਰਕੇ ਹੁਣ ਜਵਾਬ ਕੋਈ ਨਹੀਂ ਅਸਲ 'ਚ ਆਪੋਜੀਸ਼ਨ ਕੋ ਕੋਈ ਜਵਾਬ ਨਹੀਂ। ਸੋ ਇਸ ਕਰਕੇ ਉਹਨਾਂ ਦੀਆਂ ਚਿੰਤਾਵਾਂ ਜਿਹੜੀਆਂ ਨੇ ਉਹ ਪੰਜਾਬ ਦੇ ਲੋਕ ਸਮਝਦੇ ਆ। ਸੋ ਇਸ ਕਰਕੇ ਜਿਹੜੀ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਆਟਾ ਘਰ ਘਰ ਡਿਲੀਵਰੀ ਕਰਨ ਦੀ ਜਿਹੜੀ ਯੋਜਨਾ ਸ਼ੁਰੂ ਕੀਤੀ ਹੈ, ਬਹੁਤ ਸੋਚ ਵਿਚਾਰ ਕੇ ਕੀਤੀ ਗਈ है। नहीं, अभी तो केवल जो सरकार ने तो चाय पत्ती भी बोली थी, वो तो घी भी बोलते थे, बहुत कुछ बोलते थे। बोलने से क्या है, हम लोग तो वो ही बोलते हैं जो हम लोगों ने करना। सो इसलिए आटा वधिया देवांगे लोगों ਨੂੰ,
ਪੰਜਾਬ ਦੇ ਲੋਕਾਂ ਦੀ ਚਿੰਤਾ ਆ। ਜਿਹੜੇ ਰੂਟ ਮੈਪ ਤੈਅ ਕਰਕੇ ਅਸੀਂ ਲੋਕਾਂ ਤੋਂ ਵੋਟਾਂ ਲਈਆਂ ਨੇ, ਸਾਡੀ ਸਰਕਾਰ ਬਣੀ ਆ, ਉਹ ਅਸੀਂ ਪੂਰੇ ਕਰਾਂਗੇ ਪੰਜਾਬ ਦੇ ਅੰਦਰ। आपके डिपार्टमेंट जो पहले मंत्री थे उनकी कुछ शायद इंक्वायरी चल रही है, कुछ वो क्या है सर, क्या घोटाला क्या? मेरे पास 2 डिपार्टमेंट है जी, आप पता नहीं किसकी बात कर रहे हो। तो काफ़ी कुछ है हमारे मतलब फॉरेस्ट के अंदर भी और फूड सप्लाई के अंदर भी बहुत सारे साधु रहे हैं, तो उन्हें ढूंढ रहे हैं कि वो कहाँ मतलब हैं। तो इसलिए जो फूड सप्लाई के अंदर भी है, जहाँ भी किसी ने कोई गुनाह किया है, कोई लोगों की लूट की है, खजाने की लूट की है, उसके लिए हम लोग जो मतलब हमारी पंजाब के लोगों को सच बताना हमारी ड्यूटी है। ਸਾਧੂ ਦੇ ਨਾਲ ਕਹਿੰਦੇ ਸੀ ਸੰਗਤ ਵੀ ਰੁਕ ਕਰ ਰਹੀ ਹੈ ਹਾਈ ਕੋਰਟ ਦੀ। ਲਾਜ਼ਮੀ ਫਿਰ ਸੰਗਤ ਤਾਂ ਸਾਧੂਆਂ ਦੇ ਨਾਲ ਹੀ ਹੁੰਦੀ ਹੈ ਜੀ। ਬੇਸਿਕਲੀ ਗੱਲ ਇਹ ਆ ਭਈ ਬਹੁਤ ਸੀਰੀਅਸ ਮਾਮਲਾ, ਪੰਜਾਬ ਦੇ ਕੁਦਰਤੀ ਸਰੋਤਾਂ ਨੂੰ, ਪੰਜਾਬ ਦੇ ਖਜ਼ਾਨੇ ਨੂੰ ਜਿਹੜਾ ਕਿ ਲੋਕਾਂ ਦੇ ਭਲੇ ਲਈ ਇਸਤੇਮਾਲ ਕਰਨਾ ਚਾਹੀਦਾ ਸੀ, ਉਹ ਚੰਦ ਪਰਿਵਾਰਾਂ, ਚੰਦ ਸ਼ਖਸੀਅਤਾਂ ਦੇ ਮੁਨਾਫਿਆਂ ਨੂੰ ਵਧਾਉਣ ਲਈ ਉਹਨੇ ਕੰਮ ਕੀਤਾ। ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਸਾਡੀ ਡਿਊਟੀ ਵੀ ਇਹ ਲਾਈ ਹੈ। ਜੋ ਪਿਛਲੇ ਸਮੇਂ ਦੇ ਅੰਦਰ ਗੜਬੜੀਆਂ ਹੋਈਆਂ ਨੇ ਉਹ ਵੀ ਅਸੀਂ ਦੇਖ ਰਹੇ ਹਾਂ। ਉਹਦੇ ਵਿੱਚ ਚਾਹੇ ਕੋਈ ਸਿਆਸੀ ਬੰਦਾ, ਚਾਹੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਆ, ਉਹ ਲਾਜ਼ਮੀ ਤੌਰ ਤੇ ਕਾਨੂੰਨ ਦੇ ਮਤਲਬ ਘੇਰੇ 'ਚ ਆਉਣਗੇ। ਸੋ ਇਸ ਤੋਂ ਬਾਅਦ ਸਾਡੀ ਜੋ ਆਪਣੀ ਡਿਊਟੀ ਆ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਵਧੀਆ ਪ੍ਰਸ਼ਾਸਨ ਦੇਣਾ, ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣਾ ਤੇ ਮਤਲਬ ਜਵਾਬਦੇਹੀ ਬਣੇ ਪ੍ਰਸ਼ਾਸਨ ਤੇ ਸਿਆਸੀ ਲੋਕਾਂ ਦੀ। ਅਸੀਂ ਲੋਕਾਂ ਦੇ ਸੇਵਕ ਹਾਂ। ਜਿਹੜਾ ਸਾਡੀਆਂ ਕਾਨਸਟੀਟਿਊਸ਼ਨਲ ਮਤਲਬ ਹੈਗੀਆਂ ਨੇ ਮਤਲਬ ਕੀ ਕਹਿੰਦੇ ਆ ਜ਼ਿੰਮੇਵਾਰੀਆਂ, ਉਹਦੇ ਅੰਦਰ ਅਸੀਂ ਬੋਸ ਨਹੀਂ ਹਾਂ, ਅਸੀਂ ਲੋਕਾਂ ਦੇ ਸੇਵਕ ਹਾਂ। ਅਸੀਂ ਲੋਕਾਂ ਨੂੰ ਸੱਚ ਦੱਸਣਾ, ਲੋਕਾਂ ਦੇ ਭਲੇ ਲਈ ਕੰਮ ਕਰਨਾ ਸਾਡੀ ਡਿਊਟੀ ਆ। ਇਹ ਸਾਡੀ ਸੰਵਿਧਾਨਕ ਡਿਊਟੀ ਹੈਗੀ ਆ। ਤੇ ਇਸ ਕਰਕੇ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਅੰਦਰ ਲੋਕਾਂ ਨੂੰ ਸੱਚ ਦੱਸਣਾ ਔਰ ਜਿਹੜੀਆਂ ਆਸਾਂ ਉਮੀਦਾਂ ਲੋਕਾਂ ਨੇ ਸਾਡੇ ਤੋਂ ਰੱਖ ਕੇ ਸਾਨੂੰ ਮਤਲਬ ਜਿਹੜੇ ਇੱਥੇ ਭੇਜਿਆ ਪਵਿੱਤਰ ਸਦਨ ਦੇ ਅੰਦਰ, ਉਹ ਵੀ ਪੂਰੀਆਂ ਕਰਨੀਆਂ ਸਾਡੀ ਜਿਹੜੀ ਆ ਦੋਹਰੀ ਡਿਊਟੀ ਆ, ਸਾਡੀ ਲੋਕਾਂ ਨੇ ਲਾਈ ਹੈ। ਹਾਂ ਲਾਜ਼ਮੀ ਮੈਂ ਵੀ ਖਬਰ ਪੜ੍ਹੀ ਆ। ਜਿੱਥੇ ਕਿਤੇ ਵੀ ਕੋਈ ਇਸ ਕਿਸਮ ਦੀ ਗੱਲ ਸਾਹਮਣੇ ਆਉਂਦੀ ਆ ਭ੍ਰਿਸ਼ਟਾਚਾਰ ਦੇ ਮਾਮਲੇ ਦੀ, ਚਾਹੇ ਉਹ ਪੰਜਾਬ ਦੇ ਕਿਸੇ ਵੀ ਕੋਨੇ 'ਚ ਆ, ਉਹ ਲਾਜ਼ਮੀ ਤੌਰ ਤੇ ਕਾਰਵਾਈ ਹੋਏਗੀ। ਚਲੋ ਜੀ ਚਲੀਏ। ਇਹ ਚੱਕਣਾ ਵਾ ਕਿ ਜਿਹੜੀ ਲਾਈਵ ਕਵਰੇਜ ਦਿਖਾਈ ਜਾ ਰਹੀ ਆ ਪੰਜਾਬ ਵਿਧਾਨ ਸਭਾ ਦੀ, ਇਹ ਪੱਖਪਾਤੀ ਆ। ਇਹਦੇ ਵਿੱਚ ਸਭ ਨੂੰ ਸਮਾਂ ਬਰਾਬਰ ਨਹੀਂ ਦਿੱਤਾ ਜਾ ਰਿਹਾ। ਜਦੋਂ ਕੈਮਰੇ ਵੱਜਣੇ ਨੇ ਟ੍ਰੈਜਰੀ ਬੈਂਚਸ ਤੇ, ਮੰਤਰੀਆਂ ਤੇ ਇਹਨਾਂ ਦੇ ਐਮਐਲਏ ਦੇ ਨੇੜੇ ਜ਼ੂਮ ਕਰਕੇ ਐਨ ਕਲੈਰਿਟੀ ਨਾਲ ਦਿਖਾਇਆ ਜਾ ਰਿਹਾ। ਜਦੋਂ ਵਿਰੋਧੀ ਧਿਰ ਦਾ ਲੈਣਾ, ਸਾਰੀ ਵਿਰੋਧੀ ਧਿਰ ਦੀ ਤਸਵੀਰ ਇੱਕ ਕੈਮਰੇ 'ਚ ਆ ਜਾਂਦੀ, ਮਤਲਬ 20 ਐਮਐਲਏ ਦੇ ਵਿੱਚ, ਬੀਐਸਪੀ ਵਿੱਚ, ਅਕਾਲੀ ਦਲ। ਇਹ ਪਤਾ ਨਹੀਂ ਲੱਗਦਾ ਕੌਣ ਬੋਲ ਰਿਹਾ, ਸਿਰਫ ਆਵਾਜ਼ ਤੋਂ ਲੋਕ ਪਛਾਣ ਸਕਦੇ ਨੇ ਕਿ ਹਾਂ ਇਹ ਖਹਿਰਾ ਬੋਲ ਰਿਹਾ, ਰਾਜਾ ਵੜਿੰਗ ਬੋਲ ਰਿਹਾ, ਪ੍ਰਤਾਪ ਬਾਜਵਾ ਬੋਲ ਰਿਹਾ ਵਾ। ਸੋ ਇੱਕ ਤਾਂ ਅੱਜ ਸਪੀਕਰ ਸਾਹਿਬ ਨੂੰ ਇਹ ਕਹਿਣਾ ਕਿ ਇਹਨੂੰ ਸੁਧਾਰੋ, ਚਲਾਕੀ ਮਤ ਕਰੋ। ਇਹ ਹੈਗੀਆਂ, ਇਹਨੂੰ ਪੰਜਾਬੀ 'ਚ ਕਹਿੰਦੇ ਨੇ ਛੋਟੇ ਪੱਧਰ ਦੀਆਂ ਚਲਾਕੀਆਂ। ਦੂਸਰਾ ਹੈਗਾ ਵਾ ਕਿ ਇਹ ਲਾਈਵ ਕਵਰੇਜ ਇਹ 'ਚ ਐਡੀਟਿਡ ਆ। ਜਿਹੜਾ ਸਾਡਾ ਆਰਗੈਨਿਕ ਸ਼ੋਰ ਮਚਾਉਣੇ, ਜਦੋਂ ਸਾਨੂੰ ਸਪੀਕਰ ਨਹੀਂ ਸੁਣ ਰਿਹਾ, ਦ ਮੋਮੈਂਟ ਸਾਡਾ ਮਾਈਕ ਆਫ ਕਰਦੇ ਸਾਡਾ ਕੁਝ ਵੀ ਨਹੀਂ ਪਤਾ ਲੱਗਦਾ ਬਾਹਰ ਲੋਕਾਂ ਨੂੰ। ਦ ਮੋਮੈਂਟ ਸਾਡੇ ਤੋਂ ਕੈਮਰਾ ਹਟਾ ਦਿੰਦੇ ਸਾਡਾ ਕੁਝ ਵੀ ਨਹੀਂ ਪਤਾ ਲੱਗਦਾ। ਫਿਰ ਲਾਈਵ ਕਾਹਦਾ ਹੋਇਆ ਜੀ? ਇਹ ਲਾਈਵ ਜਿੱਦਾਂ ਲੋਕ ਸਭਾ ਦਿਖਾ ਰਿਹਾ ਜਾ ਰਿਹਾ, ਜਦੋਂ ਵੈਲ 'ਚ ਜਾਂਦੇ ਨੇ, ਸ਼ੋਰ ਮਚਾਉਂਦੇ ਨੇ, ਪਤਾ ਲੱਗਦਾ ਵਾ ਕਿ ਆਪੋਜੀਸ਼ਨ ਨੂੰ ਸਪੀਕਰ ਟਾਈਮ 70% ਦਾ ਸਪੀਕਰ ਨੇ ਆਪਣੇ ਤੇ ਰੱਖਿਆ ਹੋਇਆ ਕੈਮਰਾ। ਇਸ ਕਰਕੇ ਉਹਨਾਂ ਨੂੰ ਚਾਹੀਦਾ ਵਾ ਕਿ ਕੈਮਰੇ ਨੂੰ ਦੂਜਿਆਂ ਲੋਕਾਂ ਨੂੰ ਵੀ ਮੌਕਾ ਦੇਣ। ਔਰ ਜਦੋਂ ਮੈਂ ਕੱਲ ਬੋਲ ਰਿਹਾ ਸੀਗਾ, ਮੈਂ ਘੱਟੋ ਘੱਟ 10 ਵਾਰੀ ਸਪੀਕਰ ਤੋਂ ਟਾਈਮ ਮੰਗਿਆ। ਮੈਂ ਕੋਈ ਜ਼ਾਤੀ ਗੱਲ ਕਰਨੀ ਹੈ ਇਸ ਸਦਨ ਵਿੱਚ, ਮੈਂ ਗੱਲ ਕਰਨੀ ਹੈ ਪੰਜਾਬ ਦੇ ਲੋਕਾਂ ਦੀ। 0 ਆਵਰ ਵਿੱਚ ਸਾਨੂੰ ਬੋਲਣ ਹੀ ਨਹੀਂ ਦਿੰਦੇ ਕਦੀ ਕਿਸੇ ਨੂੰ। ਔਰ ਰੂਲਿੰਗ ਪਾਰਟੀ ਨੂੰ 0 ਆਵਰ 'ਚ ਟਾਈਮ ਦੇਣ ਦਾ ਮਤਲਬ ਹੀ ਕੋਈ ਨਹੀਂਗਾ। ਦਿਸ ਇਜ਼ ਬੇਸਿਕਲੀ ਦੀ ਰਾਈਟ ਆਫ ਦੀ ਆਪੋਜੀਸ਼ਨ, ਬਿਕੋਜ਼ ਆਪੋਜੀਸ਼ਨ ਨੂੰ ਕਿਤੇ ਹੋਰ ਮੌਕਾ ਨਹੀਂ ਹੈ ਮਿਲਣ ਦਾ। ਇਹ ਤਾਂ ਰੋਜ਼ ਮੰਤਰੀਆਂ ਦੇ ਆਲੇ ਦੁਆਲੇ ਘੁੰਮਦੇ ਨੇ। ਇਸ ਕਰਕੇ ਤੀਸਰੀ ਗੱਲ ਆ ਕਿ ਹੁਣ ਮੈਂ 0 ਆਵਰ 'ਚ ਅੱਜ ਫਰਜ਼ ਕਰੋ ਉਠਾਉਣਾ ਮਸਲਾ ਕਿ ਜਿਹੜੀ ਪੰਜਾਬ ਦੀ ਡੋਮਿਸਾਈਲ ਹੋਣੀ ਚਾਹੀਦੀ ਹੈ। ਸਾਰੀਆਂ ਸਰਕਾਰੀ ਨੌਕਰੀਆਂ 'ਚ ਪੰਜਾਬ ਦੀ ਡੋਮਿਸਾਈਲ ਐਡ 'ਚੋਂ ਕੱਢ ਦਿੰਦੇ ਨੇ ਬਾਹਰ। ਇਹ ਬਾਬੂ ਲੋਕ ਜਿਹੜੇ ਹੁਸ਼ਿਆਰ ਲੋਕ ਨੇ, ਹਿਮਾਚਲ, ਪੰਜਾਬ, ਹਰਿਆਣਾ, ਰਾਜਸਥਾਨ ਦੇ ਲੋਕਾਂ ਨੂੰ ਨੌਕਰੀਆਂ ਮਿਲ ਜਾਂਦੀਆਂ। ਪੰਜਾਬ ਦੀ ਡੋਮਿਸਾਈਲ ਤੇ ਪੰਜਾਬ ਦੀ 10ਵੀਂ ਇਹ ਮੈਂਡੇਟਰੀ ਹੋਣਾ ਚਾਹੀਦਾ ਵਾ ਕਿਸੇ ਵੀ ਸਰਕਾਰੀ ਨੌਕਰੀ ਦੇਣ ਦਿਓ। PSPCL ਦੀਆਂ ਪੁਰਾਣੀਆਂ ਨੌਕਰੀਆਂ ਪਿਛਲੀਆਂ ਕਢਾ ਕੇ ਦੇਖੋ, ਸਾਰੀਆਂ ਗੈਰ ਪੰਜਾਬੀਆਂ ਨੂੰ। ਪੁਲਿਸ ਦੀਆਂ ਸਾਰੀਆਂ ਨੌਕਰੀਆਂ ਗੈਰ ਪੰਜਾਬੀਆਂ ਨੂੰ। ਸੋ ਇਦਾਂ ਦੇ ਮਸਲੇ ਨੇ ਜਿਹੜੇ ਅਸੀਂ ਉਠਾਉਣੇ ਹੁੰਦੇ, ਲੇਕਿਨ ਸਾਨੂੰ 0 ਆਵਰ 'ਚ ਬੋਲਣ ਨਹੀਂ ਦਿੱਤਾ ਜਾਂਦਾ, ਜਿਹੜਾ ਸਰਾਸਰ ਗਲਤ ਆ ਔਰ ਪੱਖਪਾਤੀ ਆ ਔਰ ਤਾਨਾਸ਼ਾਹੀ ਆ। ਖਹਿਰਾ ਸਾਹਿਬ 1 ਮਹੀਨਾ ਹੋ ਚੁੱਕਿਆ, ਤੁਹਾਨੂੰ ਹਾਲੇ ਤੱਕ ਵੀ ਖਾਲੀ ਆ ਹੱਥ ਪੁਲਿਸ। ਦੇਖੋ ਇਹ ਤਾਂ ਲਾਅ ਐਂਡ ਆਰਡਰ ਤੋਂ ਬਹੁਤ ਬਹਿਸ ਹੋ ਗਈ ਜੀ।
ਔਰ ਸਿੱਧੂ ਮੂਸਾਵਾਲਾ ਬੇਸਿਕਲੀ ਇਹਨਾਂ ਦੀ ਨਲਾਇਕੀ ਨਾਲ ਗਿਆ ਜੀ। ਔਰ ਬੜੇ ਦੁੱਖ ਦੀ ਗੱਲ ਹੈ ਕਿ ਸਾਡਾ ਇੱਕ ਹੋਣਹਾਰ ਕਲਾਕਾਰ ਸੀਗਾ, ਉਹਦਾ ਕਤਲ ਹੋਇਆ ਵਾ ਤੇ ਉਸ ਕਤਲ ਨੂੰ ਇਹ ਅੱਜ ਤੱਕ ਟਰੇਸ ਨਹੀਂ ਕਰ ਸਕੇ। ਇਹਨਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ, ਇਹਨਾਂ ਤਾਂ ਦਿੱਲੀ ਦੀ ਪੁਲਿਸ ਤੇ ਮਹਾਰਾਸ਼ਟਰ ਦੀ ਪੁਲਿਸ ਕ੍ਰੈਡਿਟ ਲੈ ਰਹੀ ਹੈ, ਕਿਉਂਕਿ ਜਦੋਂ ਤੁਸੀਂ ਪੁਲਿਸ ਨੂੰ ਹੋਰਨਾਂ ਕੰਮਾਂ ਤੇ ਲਾਓਗੇ, ਬੱਗੇ ਦੇ ਮਗਰ ਘਲਾਤੀ ਪੁਲਿਸ, ਹਲਕਾ ਲਾਂਬਾ ਨੂੰ ਫੜਨ ਤੇ ਲਾਤੀ, ਡਾਕਟਰ ਕੁਮਾਰ ਵਿਸ਼ਵਾਸ, ਦੈਨ ਦ ਰਿਜ਼ਲਟ ਇਜ਼ ਗੋਇੰਗ ਟੂ ਬੀ ਡੈਫੀਨਿਟਲੀ ਦਿਸ ਓਨਲੀ। ਓਏ ਯਾਰ ਭਾਈ ਕੀ ਕਰ ਰਹੇ ਯਾਰ? ਮੈਂ ਕਰ ਚਲਾ ਕੇ ਆ ਰਹੇ ਯਾਰ, ਐਸਿਡ ਤੋੜਦੀਆਂ ਯਾਰ। ਲਾ ਲਓ ਸਰ ਆ ਕੇ ਦੇਾਂਗੇ। ਸਭ ਅੱਜ ਬਠਿੰਡੇ ਦੇ ਵਿੱਚ ਜੇਲ੍ਹ ਦੇ ਅੰਦਰ ਜਿਸ ਤਰੀਕੇ ਨਾਲ ਘਟਨਾ ਵਾਪਰੀ ਹੈ, ਜੇਲ੍ਹ ਅਧਿਕਾਰੀਆਂ ਨਾਲ ਕੁੱਟਮਾਰ ਕੀਤੀ ਗਈ, ਉਹਦੇ ਬਾਰੇ ਇਹ ਤਾਂ ਹੁਣ ਸਰਕਾਰ ਹੀ ਦੱਸੇ ਵੀ ਜੇਲ੍ਹ ਦੇ ਅਧਿਕਾਰੀਆਂ ਨਾਲ ਹੀ ਜੇ ਕੁੱਟਮਾਰ ਹੋ ਗਈ ਤਾਂ ਫਿਰ ਬਾਹਰ ਵਾਲਿਆਂ ਦਾ ਕੀ ਹੋਏਗਾ? ਤੁਹਾਡੀ ਸਰਕਾਰ ਵੀ ਜੇਲ੍ਹ ਨੂੰ ਲੈ ਕੇ ਸਵਾਲਾਂ ਦੇ ਘੇਰੇ 'ਚ ਆ ਚੁੱਕੀ ਹੈ। ਯਾਰ ਸਵਾਲਾਂ ਦੇ ਘੇਰੇ 'ਚ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਹਰ ਚੀਜ਼ ਜਿਹੜਾ ਬੰਦਾ ਮਰਜ਼ੀ ਉੱਠ ਕੇ ਜੋ ਮਰਜ਼ੀ ਕਹਿ ਦੇ ਉਹਨੂੰ ਤੁਸੀਂ ਕਹਿੰਦੇ ਘੇਰੇ 'ਚ ਆ ਗਏ। ਯਾਰ ਘੇਰਾ ਤਾਂ ਦੇਖਿਆ ਕਰੋ, ਤੁਸੀਂ ਉਹਨਾਂ ਨੂੰ ਕਹੋ ਵੀ ਜਿਹੜਾ ਘੇਰਾ ਤੁਸੀਂ ਪਾਉਣਾ ਚਾਹੁੰਦੇ ਹੋ ਉਹਦਾ ਕੋਈ ਸਬੂਤ, ਉਹਦੇ ਤੱਥ, ਉਹਦੀ ਚੀਜ਼ ਪੇਸ਼ ਕਰੋ ਕੋਈ ਨਾ। ਹੁਣ ਜੇਲ੍ਹ ਦੇ ਅੰਦਰ ਜੋ ਘਟਨਾ ਹੋਈ ਹੈ ਮੈਂ ਤਾਂ ਨਹੀਂ ਕਹਿ ਰਿਹਾ, ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ, ਤੁਸੀਂ ਦੱਸ ਰਹੇ ਹੋ ਮੈਨੂੰ ਕਿ ਐਸੀ ਘਟਨਾ ਹੋਈ ਹੈ ਤੇ ਪਤਾ ਨਹੀਂ ਹੁਣ ਕਿੱਧਰ ਨੂੰ ਜਾਏਗਾ ਕੰਮ। ਜੇ ਜੇਲ੍ਹ ਅਧਿਕਾਰੀਆਂ ਨੂੰ ਹੀ ਉੱਥੋਂ ਇਹ ਲੋਕ ਕੁੱਟ ਦਿੰਦੇ ਤੇ ਉਹਨਾਂ ਨਾਲ ਕੀ ਹੋਣਾ ਚਾਹੀਦਾ ਫਿਰ? ਮੈਨੂੰ ਤਾਂ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਨੂੰ 1 ਮਹੀਨਾ ਪੂਰਾ ਹੋ ਗਿਆ ਤੇ ਹਮਲਾਵਰ ਨੇ ਉਹ ਸਾਰੇ ਗ੍ਰਿਫਤਾਰ ਗ੍ਰਿਫਤ ਨਹੀਂ ਆ। ਦੇਖੋ ਉਮੀਦ ਕਰਦਾ ਕਿ ਜਲਦ ਤੋਂ ਜਲਦ ਫਿਰ ਦੁਬਾਰਾ ਅੰਦਰ ਵੀ ਇਸ ਗੱਲ ਤੇ ਬਹਿਸ ਹੁੰਦੀ ਹੈ ਵੀ ਸਾਨੂੰ ਟਾਈਮ ਦਿੱਤਾ ਜਾਵੇ, ਪਰ ਮਹੀਨਾ ਹੋ ਗਿਆ ਕੋਈ ਸ਼ੂਟਰ ਹਜੇ ਤੱਕ ਨਹੀਂ ਫੜਿਆ ਗਿਆ। ਕਦੇ ਉਹਨੂੰ ਪਟਿਆਲਾ ਲਿਆ ਜਾਂਦੇ ਆ, ਕਦੇ ਉਹਨੂੰ ਚੰਡੀਗੜ੍ਹ, ਕਦੇ ਮਾਨਸਾ। ਮੈਂ ਸਮਝਦਾ ਕਿ ਲੋਕਾਂ ਨੂੰ ਇਸ ਗੱਲ 'ਚ ਇੰਟਰਸਟ ਨਹੀਂ ਹੈ ਕਿ ਕੌਣ ਕਿਹਨੂੰ ਫੜ ਕੇ ਕੌਣ ਕਿਹਦਾ ਰਿਮਾਂਡ ਲੈ ਰਿਹਾ। ਲੋਕਾਂ ਨੂੰ ਇਹ ਇੰਟਰਸਟ ਹੈ ਕਿ ਉਹਦੇ 'ਚੋਂ ਕੱਢਿਆ ਕੀ ਹੈ, ਕੀ ਕਾਤਲ ਫੜੇ ਗਏ, ਕੀ ਗੁਨੇਗਾਰ ਸਲਾਖਾਂ ਦੇ ਪਿੱਛੇ, ਕੀ ਉਸ ਮਾਂ ਪਿਓ ਦੇ ਮਨ ਨੂੰ ਸ਼ਾਂਤੀ ਮਿਲੀ ਹੈ। ਇੰਨੀ ਕੁ ਗੱਲ ਹੈ। ਔਰ ਮੈਂ ਉਮੀਦ ਕਰਦਾ ਕਿ ਸਰਕਾਰ ਸੰਜੀਦਗੀ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਦੋਸ਼ੀਆਂ ਨੂੰ ਫੜ ਲਏ। ਵੜਿੰਗ ਸਾਹਿਬ, ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਗੋਲਡੀ ਬਰਾੜ ਦੀ ਪਿਟਾਈ ਹੋਈ ਹੈ ਕੈਨੇਡਾ ਦੇ ਵਿੱਚ। ਮੈਨੂੰ ਇਸ ਬਾਰੇ ਕੋਈ ਜਾਣਕਾਰੀ। ਵੀਡੀਓ ਵਾਇਰਲ ਹੋ ਰਹੀ ਹੈ ਜੀ ਕਿ ਕੁਝ ਨੌਜਵਾਨਾਂ ਨੇ ਗੋਲਡੀ ਬਰਾੜ ਨੂੰ ਫੜਿਆ ਔਰ ਉੱਥੇ ਉਸ ਦੇ ਨਾਲ ਮਾਰਕੁੱਟ ਕੀਤੀ ਹੈ, ਸਰੇਆਮ ਉਹ ਸੜਕਾਂ ਦੇ ਉੱਤੇ ਘੁੰਮ ਰਿਹਾ ਸੀ। ਹਾਲਾਂਕਿ ਇਹ ਵੀ ਕਿਹਾ ਗਿਆ ਕਿ ਕਈ ਪੁਸ਼ਟੀ ਨਹੀਂ ਹੋਈ ਇਸ ਵੀਡੀਓ ਦੀ, ਲੇਕਿਨ ਦਾਅਵਾ ਕੀਤਾ ਜਾ ਰਿਹਾ ਕਿ ਗੋਲਡੀ ਬਰਾੜ। ਸੋ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਔਰ ਬਿਨਾਂ ਕਿਸੇ ਜਾਣਕਾਰੀ ਤੋਂ ਮੈਨੂੰ ਲੱਗਦਾ ਕਿ ਕਿਸੇ ਤੱਥ ਤੋਂ ਬਿਨਾਂ ਬੋਲਿਆ ਜਾਣਾ ਕੋਈ ਬਹੁਤ ਹੀ ਚੰਗੀ ਗੱਲ ਹੈ। ਉਹ ਫੇਕ ਹੈ। ਤੇ ਲੇਕਿਨ ਹੁਣ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ। ਹੁਣ ਜ਼ਿੰਮੇਵਾਰੀ ਇਹਨਾਂ ਦੀ ਆ। ਪਿਛਲਿਆਂ ਨੇ ਜੋ ਕਰਿਆ ਉਹ ਭਰ ਲਿਆ, ਸਾਹਮਣੇ ਆ ਗਿਆ ਰਿਜ਼ਲਟ, ਉਹ ਲੋਕਾਂ ਨੇ ਉਹਦਾ ਨਤੀਜਾ ਦੇ ਦਿੱਤਾ ਅਤੇ ਹੁਣ ਇਹਨਾਂ ਨੂੰ 3 ਮਹੀਨੇ ਦੀ ਕਾਰਗੁਜ਼ਾਰੀ, ਉਹ ਵੀ ਇਹਨਾਂ ਦਾ ਰਿਜ਼ਲਟ ਆ ਗਿਆ ਕਿ 3 ਮਹੀਨੇ 'ਚ ਮੇਰਾ ਖਿਆਲ ਹੈ ਇਤਿਹਾਸ 'ਚ ਜੇ ਕਹੀਏ ਦੇਸ਼ ਦੇ ਇਤਿਹਾਸ 'ਚ ਪੰਜਾਬ ਦੇ ਵਿੱਚ ਹੀ ਲੈ ਲਈਏ, ਕਦੇ ਵੀ ਇਹ ਨਹੀਂ ਹੋਇਆ ਹੋਣਾ ਵੀ ਇੰਨੀ ਜਲਦੀ ਕਿਸੇ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੋਵੇ। 2, 2.5, 3 ਸਾਲ ਤਾਂ ਲੰਘ ਹੀ ਜਾਂਦੇ ਨੇ ਫਿਰ ਵੀ, ਤੇ ਲੇਕਿਨ ਇਹਨਾਂ ਦਾ 3 ਮਹੀਨੇ 'ਚ ਮੋਹ ਭੰਗ ਹੋ ਗਿਆ। ਤੇ ਆ ਜਿਹੜੀ ਸੰਗਰੂਰ, ਜਿੱਥੋਂ ਦੇਖੋ ਇਹਨਾਂ ਦਾ ਗੜ੍ਹ ਸੀਗਾ, ਜਿੱਥੋਂ ਸ਼ੁਰੂਆਤ ਹੋਈ ਇਸ ਪਾਰਟੀ ਦੀ, ਉਸ ਲੋਕ ਸਭਾ ਸੀਟ ਤੋਂ ਸ਼ੁਰੂਆਤ ਹੋਈ। 2 ਵਾਰ ਭਗਵੰਤ ਮਾਨ ਜੀ ਉੱਥੇ ਜਿੱਤੇ, ਫਿਰ ਉੱਥੋਂ ਜਿੱਤ ਕੇ ਹੁਣ ਮੁੱਖ ਮੰਤਰੀ ਬਣੇ ਤੇ ਉਹ ਸੀਟ ਨੂੰ ਹਾਰ ਜਾਣਾ ਤੇ 4.5 ਲੱਖ ਦੀ ਲੀਡ ਜਿਹੜੀ ਸੀਗੀ ਤੇ ਉਹ 5000 ਦੀ ਰਹਿ ਜਾਣੀ, ਕਿਉਂਕਿ ਜਿਹੜੇ ਰਾਜ ਸਭਾ 'ਚ ਇਹਨਾਂ ਨੇ ਮੈਂਬਰ ਚੁਣ ਕੇ ਭੇਜੇ ਆ, ਸਭ ਤੋਂ ਵੱਡਾ ਰਿਐਕਸ਼ਨ ਸੀ ਲੋਕਾਂ 'ਚ, ਉਹਦਾ ਬਹੁਤ ਜ਼ਿਆਦਾ ਗੁੱਸਾ ਸੀਗਾ ਕਿ ਇਹਨਾਂ ਤੋਂ ਐਕਸਪੈਕਟ ਨਹੀਂ ਕੀਤਾ ਜਾ ਸਕਦਾ ਵੀ ਇਸ ਤਰ੍ਹਾਂ ਦਾ ਫੈਸਲਾ ਲੈਣਗੇ। ਉੱਥੋਂ ਪੰਜਾਬ ਦੇ ਲੋਕ ਇੱਥੋਂ ਤੱਕ ਕਿ ਇਹਨਾਂ ਦੇ ਵਲੰਟੀਅਰ ਵੀ ਨਾਰਾਜ਼ ਸੀਗੇ। ਕੈਲੀ ਸਾਹਿਬ, ਕੱਲ ਗੈਂਗਸਟਰਾਂ ਦਾ ਮੁੱਦਾ ਉੱਠਿਆ ਔਰ ਅੱਜ ਬਠਿੰਡਾ ਜੇਲ੍ਹ ਦੇ ਵਿੱਚ ਘਟਨਾ ਸਾਹਮਣੇ ਆਈ ਜਦੋਂ ਜੇਲ੍ਹ ਮੁਲਾਜ਼ਮ ਹੀ ਕੁੱਟਤਾ ਜੇਲ੍ਹ ਦੇ ਅੰਦਰ ਗੈਂਗਸਟਰਾਂ ਨੇ।
ਦੇਖੋ ਇਹ ਪਿਛਲੇ ਟਾਈਮ ਦੇ ਵਿੱਚ ਕਮੀਆਂ ਰਹੀਆਂ ਨੇ, ਸੋ ਇਹਨਾਂ ਦੀ ਪੜਤਾਲ ਹੋਣੀ ਚਾਹੀਦੀ ਆ ਵੀ ਕਿਸ ਤਰ੍ਹਾਂ ਦੀ ਸ਼ਹਿ ਮਿਲਦੀ ਰਹੀ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ, ਸਰਕਾਰ ਪ੍ਰੋਟੈਕਟ ਕਰਦੀ ਰਹੀ ਆ ਜੇ। ਸੋ ਉਸ ਗੱਲ ਦਾ ਜਿਹੜੀ ਸਹੀ ਇਨਕੁਆਇਰੀ ਹੋਣੀ ਚਾਹੀਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਤੇ ਪੂਰੀ ਸਖਤੀ ਹੋਣੀ ਚਾਹੀਦੀ ਹੈ। ਸਾਹਿਬ ਕਾਂਗਰਸ ਅਗਨੀਪਥ ਸਕੀਮ ਤੇ ਮਤਾ ਲਿਆਉਣ ਦੀ ਮੰਗ ਕਰ ਰਹੀ ਸੀ, ਪਰ ਮਨੀਸ਼ ਤਿਵਾੜੀ ਹੋਰਾਂ ਨੇ ਇੱਕ ਨਿੱਜੀ ਅਖਬਾਰ ਨੂੰ ਇੰਟਰਵਿਊ ਦਿੱਤਾ, ਉਹ ਸਮਰਥਨ ਕਰ ਰਹੇ ਆ ਅਗਨੀਪਥ ਸਕੀਮ ਦਾ, ਕਿਸ ਤਰ੍ਹਾਂ ਹੋਏਗਾ? ਨਹੀਂ ਦੇਖੋ, ਉਹਨਾਂ ਦੀ ਕੋਈ ਨਿੱਜੀ ਹੋ ਸਕਦੀ ਹੈ, ਲੇਕਿਨ ਸਾਰਾ ਦੇਸ਼ ਇਸ ਚੀਜ਼ ਦਾ ਵਿਰੋਧ ਕਰ ਰਿਹਾ ਵਾ ਤੇ ਬਿਲਕੁਲ ਉਹ ਮਤਾ ਆਉਣਾ ਚਾਹੀਦਾ ਤੇ ਉੱਤੇ ਡਿਬੇਟ ਹੋਣੀ ਚਾਹੀਦੀ ਹੈ। ਅਕਾਲੀ ਦਲ ਦਾ ਮੰਥਨ ਹੋ ਗਿਆ, ਚੋਣਾਂ ਨੂੰ ਲੈ ਕੇ ਮੰਥਨ ਦੀ ਗੱਲ ਹੋ ਰਹੀ? ਨਹੀਂ, ਰਿਪੋਰਟ ਬਣਾ ਕੇ ਦਿੱਤੀ ਹੋਈ ਆ, ਉਹ ਤੇ ਪਾਰਟੀ ਵਿਚਾਰ ਕਰੂਗੀ। 13 ਮੈਂਬਰੀ ਕਮੇਟੀ ਨੇ ਰਿਪੋਰਟ ਦਿੱਤੀ ਹੋਈ ਆ, ਮੇਰਾ ਕੋਰ ਕਮੇਟੀ ਦੇ ਵਿੱਚ ਉੱਤੇ ਵਿਚਾਰ ਕੀਤਾ ਜਾਊਗਾ। ਹੋ ਸਕਦਾ ਉਹ ਤਾਂ ਉਹਨਾਂ ਨੇ ਕਰਨਾ ਨਾ, ਅਸੀਂ ਤਾਂ ਦੇਤੀ ਬਣਾ ਕੇ। ਯਾਨੀ ਸਰ ਚਰਚਾ ਲਗਾਤਾਰ ਚੱਲੀ ਜਾਂਦੀ ਕਿ ਪ੍ਰਧਾਨ ਬਦਲਿਆ ਜਾ ਸਕਦਾ ਹੈਗਾ, ਉਹਨੂੰ ਲੈ ਕੇ ਪਾਰਟੀ 'ਚ ਕੀ ਜੰਤਰ ਮੰਤਰ? ਨਹੀਂ, ਹਜੇ ਤਾਂ ਕੋਈ ਇਦਾਂ ਦੀ ਗੱਲ ਨਹੀਂ, ਤਾਂ ਕੋਰ ਕਮੇਟੀ 'ਚ ਫੈਸਲਾ ਹੋਊਗਾ। ਹਾਂਜੀ, ਕੀ ਤੁਹਾਨੂੰ ਲੱਗਦਾ ਕਿ ਬਦਲਿਆ ਜਾਣਾ ਚਾਹੀਦਾ ਹੈ? ਕਿਉਂਕਿ ਦੇਖੋ ਬਰਾਬਰ ਨੇ ਵੀ ਕਿਹਾ ਹੈਗਾ ਕਿ ਦੇਖੋ ਮੈਂ ਇਹਦੇ ਬਾਰੇ ਹਜੇ ਕੁਝ ਨਹੀਂ ਕਹਿ ਸਕਦਾ। ਪਾਰਟੀ ਦਾ ਇਹ ਸੀਨੀਅਰ ਲੀਡਰਸ਼ਿਪ ਦਾ ਫੈਸਲਾ ਹੈਗਾ, ਉਹਨਾਂ ਨੇ ਕੀ ਵਿਚਾਰ ਕਰਨਾ। ਅਸੀਂ ਰਿਪੋਰਟ ਬਣਾ ਕੇ ਲੋਕ ਜੋ ਚਾਹੁੰਦਾ, ਕੇਡਰ ਕੀ ਚਾਹੁੰਦਾ ਵਾ, ਉਹ ਅਸੀਂ ਰਿਪੋਰਟ ਇੱਕ ਬਣਾ ਕੇ ਦੇ ਦਿੱਤੀ ਆ। ਉੱਤੇ ਕੀ ਵਿਚਾਰ ਕਰਦੇ ਉਹ ਸੀਨੀਅਰ ਲੀਡਰਸ਼ਿਪ ਦੇ ਨਹੀਂ ਉਹ ਸਾਡੀ ਗੁਪਤ ਰਿਪੋਰਟ ਹੈਗੀ ਹੈ ਜੀ, ਹਾਂ ਸੀਕ੍ਰੇਟ ਹੈਗੀ ਹੈ ਜੀ। ਨਹੀਂ ਉਹ ਕਰ ਦੇਣ, ਕੋਰ ਕਮੇਟੀ ਵਾਲੇ ਕਰ ਦੇਣ, ਉਹ ਕਰ ਦੇਣ। ਅਸੀਂ ਬਣਾ ਕੇ ਦੇਤੀ, ਬਿਲਕੁਲ ਸੱਚ ਦਾ ਸੱਚ, ਦੁੱਧ ਪਾਣੀ ਵਿੱਚ ਲਿਖਤਾ ਸਾਰਾ। ਕਾਰਜਕਾਰੀ ਪ੍ਰਧਾਨ ਵਾਸਤੇ ਤੁਹਾਡਾ ਨਾਮ ਵੀ ਚੱਲ ਰਿਹਾ ਹੈ? ਨਹੀਂ, ਮੈਂ ਬਿਲਕੁਲ ਵੀ ਕੋਈ ਇਸ ਲਈ ਦਾਅਵੇਦਾਰ ਨਹੀਂ ਹੈਗਾ ਤੇ ਨਾ ਮੈਂ ਆਪਣੇ ਆਪ ਨੂੰ ਇਸ ਤੇ ਕਾਬਲ ਸਮਝਦਾ ਵਾਂ। ਇਸ ਤੇ ਇੱਕ ਪਾਰਟੀ ਦੇ ਵਿੱਚ ਇੱਕ ਵਰਕਰ ਦੇ ਤੌਰ ਤੇ ਕੰਮ ਕਰ ਰਿਹਾ ਤੇ ਕਰਦੇ ਰਹਾਂਗੇ। ਜੇ ਜ਼ਿੰਮੇਵਾਰੀ ਮਿਲਦੀ ਹੈ ਤਾਂ ਤਿਆਰ ਹੋ? ਨਹੀਂ, ਮੈਂ ਇਹਦੇ ਬਾਰੇ ਮੈਂ ਚਾਹਵਾ ਨਹੀਂ ਹੈ ਨਹੀਂਗਾ। ਜੇ ਪਾਰਟੀ ਜ਼ਿੰਮੇਵਾਰੀ ਦਿੰਦੇ ਤਾਂ ਜਵਾਬ ਹੀ ਨਹੀਂ ਨਾ ਦੇ ਸਕਦੇ। ਨਹੀਂ, ਚਲੋ ਉਹਦੇ ਤੇ ਵਿਚਾਰ ਕਰਾਂਗੇ, ਲੇਕਿਨ ਹਜੇ ਚਾਹਵਾਨ ਨਹੀਂ ਹੈਗੇ, ਉੱਤੇ ਵੀ ਵਿਚਾਰ ਕਰਾਂਗੇ। ਹਾਂਜੀ, ਧੰਨਵਾਦ। ਤਾਂ ਮਨਪ੍ਰੀਤ ਅਯਾਲੀ ਸਾਡੇ ਨਾਲ ਮੌਜੂਦ ਹੈ ਪ੍ਰਗਟ ਸਿੰਘ ਜੀ, ਨਾਲ ਗੱਲਬਾਤ ਕਰਾਂਗੇ ਕਿ ਜੋ ਅਗਨੀ ਯੋਜਨਾ ਆ ਰਹੀ ਹੈ ਕਿਸ ਤਰ੍ਹਾਂ ਸਮਝਦੇ ਸਰ? ਦੇਖੋ ਮੈਨੂੰ ਲੱਗਦਾ ਇਹਨਾਂ ਦੀ ਪ੍ਰੋਜੈਕਸ਼ਨ ਕੁਝ ਹੋ ਰਿਹਾ, ਕਹਿਣੀ ਕੁਝ ਹੋ ਰਿਹਾ, ਕਰਨੀ ਕੁਝ ਹੋ ਰਿਹਾ। ਦੇਖੋ ਜਿਹੜੀ ਤਾਂ ਜੌਬ ਦੀ ਗੱਲ ਹੈ, ਉਹ 4 ਸਾਲ ਦੀ ਜੌਬ ਜਿਹੜੀ ਕਰਨੀ ਆ, ਉਹ ਕੋਈ ਬਹੁਤਾ ਚੰਗਾ ਇੰਡੀਕੇਸ਼ਨ ਨਹੀਂ ਹੈਗਾ। ਹਾਂ, ਜੇ ਕਿਤੇ ਇਹ NCC ਵਗੈਰਾ ਵਾਂਗ ਇਹਨੂੰ ਹੋਰ ਸਟਰੈਂਥਨ ਕਰ ਦਿੰਦੇ, ਈਵਨ ਇਜ਼ਰਾਈਲ ਦੇ ਵਿੱਚ ਹੁੰਦਾ ਵੀ ਜਿੱਥੇ 2 ਸਾਲ ਲਈ ਲੜਕਿਆਂ ਨੂੰ 3 ਸਾਲ ਲਈ ਲੜਕਿਆਂ ਨੂੰ 2 ਸਾਲ ਲਈ ਲੜਕੀਆਂ ਨੂੰ ਆਰਮੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਬਟ ਦੈਟ ਇਜ਼ ਏ ਪਾਰਟ ਆਫ ਉਹਨਾਂ ਦੀ ਜਿਹੜੀ ਜ਼ਿੰਦਗੀ ਨੂੰ ਸ਼ੇਪ ਅਪ ਕਰਨ ਦੀ ਜਿਹੜਾ ਸਿਸਟਮ ਆ, ਉਹ ਐਜੂਕੇਸ਼ਨ ਦੇ ਸਿਸਟਮ ਦੇ ਨਾਲ ਹੈ। ਜਦੋਂ ਤੁਸੀਂ ਨੌਕਰੀ ਦੀ ਗੱਲ ਕਰਦੇ ਆ ਵੀ ਹਾਂ ਵੀ ਇਹ 4 ਸਾਲ ਲਈ ਦੇਣੀ ਹੈਗੀ ਆ, 4 ਸਾਲ ਲਈ ਬੇਸਿਕਲੀ ਇਹ ਪੋਸੀਬਲ ਨਹੀਂ ਹੈਗਾ। ਉਹ ਵੀ ਦੇਸ਼ ਦੀਆਂ ਉਹਨਾਂ ਡਿਫੈਂਸ ਫੋਰਸਿਸ ਦੇ ਵਿੱਚ ਜਿਨ੍ਹਾਂ ਨੇ ਸਾਡੇ ਦੇਸ਼ ਦੀ ਸੁਰੱਖਿਆ ਦੀ ਰਾਖੀ ਕਰਨੀ। ਬਿੱਲ ਲੈ ਕੇ ਆ ਰਹੇ ਹੈਗੇ, ਕੀ ਸਮਝਦੇ ਹੋ ਵੀ ਤੁਸੀਂ ਉਹਦਾ ਸਮਰਥਨ ਕਰੋਗੇ? ਪੰਜਾਬ ਸਰਕਾਰ ਬਿੱਲ ਲੈ ਕੇ ਆ ਰਹੀ ਹੈ ਸਰ, ਉਹਦੇ ਤੇ ਬਹਿਸ ਹੋਊਗੀ, ਸਮਰਥਨ ਵਾਲੀ ਤਾਂ ਗੱਲ ਨਹੀਂ ਹੈਗੀ, ਉਹਦੇ ਤੇ ਡਿਸਕਸ਼ਨ ਹੈ। ਤੇ ਇੱਕ ਸਾਰੀਆ ਮਾਮਲਾ ਆਇਆ ਹੈਗਾ ਕਿ ਉਹਦੇ ਤੇ ਦੇਖੋ ਫੈਕਚੁਅਲ ਇਹਨਾਂ ਨੂੰ ਕਰ ਲੈਣੀ ਚਾਹੀਦੀ ਆ। ਜੇ ਕੋਈ ਇਦਾਂ ਦੀ ਗਲਤੀ ਹੈਗੀ ਆ, ਜਿਹਨੇ ਗਲਤੀ ਕੀਤੀ ਆ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਕਿਉਂਕਿ ਕਹਿਣਾ ਬਹੁਤ ਸੌਖਾ ਹੁੰਦਾ, ਲੇਕਿਨ ਉਹਨੂੰ ਪ੍ਰੂਵ ਕਰਨਾ ਬਹੁਤ ਔਖਾ ਹੁੰਦਾ। ਇਹ ਤਾਂ ਹੈ ਨਹੀਂਗਾ ਕਿ ਕਿਸੇ ਬਿਊਰੋਕਰੇਟ ਦੀ ਨੌਲੇਜ ਤੋਂ ਬਿਨਾਂ ਜਾਂ ਪੁਲਿਸ ਦੀ ਨੌਲੇਜ ਤੋਂ ਬਿਨਾਂ ਇਹ ਗੱਲਾਂ ਹੁੰਦੀਆਂ।